जन्माने परतख गुरु निस्तारे। ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਲਾਈ ਗਈ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪੂਰਨ ਲੜੀਵਾਰ ਕਥਾ ਆਰੰਭ ਹੋਣ ਜਾ ਰਹੀ ਹੈ। ਦਰਬਾਰ ਸਾਹਿਬ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮੁਖੀ ਦਮਦਮੀ ਟਕਸਾਲ ਜਥਾ ਪਿੰਡਰਾਂ ਮਹਿਤਾ ਅੰਮ੍ਰਿਤਸਰ। ਮਿਟਿਓ ਅੰਧੇਰ ਮਿਲਤ ਹਰ ਨਾਨਕ। ਸਤਿਗੁਰੂ ਜੀ ਕਹਿੰਦੇ ਹਰੀ ਅਕਾਲ ਪੁਰਖ ਦੇ ਨਾਲ ਮਿਲਣ ਨਾਲ ਸਾਰਾ ਗਿਆਨ ਦਾ ਹਨੇਰਾ ਮਿਟ ਗਿਆ ਹੈ। ਜਨਮ ਜਨਮ ਕੀ ਸੋਈ ਜਾਗੀ। ਜਿਹੜੀ ਸੁਰਤ ਸੀ ਨਾ ਜਨਮਾਂ ਜਨਮਾਂ ਦੀ ਵਿਦਿਆ ਨੀਂਦ ਸੁੱਤੀ ਹੋਈ ਅਧਿਕਾਰੀਆਂ ਦੀ, ਉਹ ਸਤਿਗੁਰੂ ਨੇ ਕਿਰਪਾ ਕਰਕੇ ਗਿਆਨ ਦੀ ਜਾਗਰਤ ਪੈਦਾ ਕਰਕੇ ਜਗਾ ਦਿੱਤੀ ਹੈ। ਗੌੜੀ ਮਹੱਲਾ ਪੰਜਵਾ। ਨਿਵਸਰੇ ਪੰਛੀ ਸਿਮਰ ਹਰ ਪਾਂ। ਹੁਣ ਹਜ਼ੂਰ ਦ੍ਰਿਸ਼ਟਾਂਤ ਦੇ ਕੇ ਦੱਸਦੇ ਹੈ, ਜਿਵੇਂ ਕੋਈ ਸਾਧ ਸੰਗਤ ਜੀ ਪੰਛੀ ਹੋਵੇ ਛਪੜੀ ਦੇ ਚਿੱਤਰ 'ਚ ਫਸਿਆ ਹੋਇਆ, ਉਹਦੇ ਤਾਈਂ ਉਪਦੇਸ਼ ਦੇਵੇ ਕੋਈ ਪੁਰਖ ਦਿਆਲੂ, ਇਹ ਪੰਛੀਆ ਚਿੱਤਰ 'ਚ ਕਿਉਂ ਫਸ ਗਿਆ, ਨਿਕਲਿਆ ਬਾਹਰ। ਇਸੇ ਪ੍ਰਕਾਰ ਗੁਰੂ ਸਾਹਿਬ ਇਹ ਜੀਵ ਨੂੰ ਉਪਦੇਸ਼ ਬਖਸ਼ਦੇ ਹਨ। ਨਿਵਸਰੇ ਪੰਛੀ ਸਿਮਰ ਹਰ ਪਾਂ। ਇਹ ਜੀਵ ਰੂਪੀ ਪੰਖੀਆ ਨਿਕਲਿਆ, ਤੂੰ ਕਿਉਂ ਫਸਿਆ ਪਿਆ ਹੈ, ਅਤੇ ਸਿਮਰ ਹਰ ਪਾਸ। ਇੱਕ ਜਿਹੜਾ ਹਰੀ ਦਾ ਸਿਮਰਨ ਕਰਨਾ ਖੰਭ ਬਣਾ ਲੈ। ਸਿਮਰਨ ਕਰਨ ਰੂਪ ਜਿਹੜਾ ਹੈ ਇਹ ਖੰਭ ਬਣਾ ਆਪਣਾ ਬਲ ਵਾਸਤੇ। ਮਿਲ ਸਾਧੂ ਸਰਨ ਗਹੁ ਪੂਰਨ। ਅਤੇ ਪੂਰਨ ਪ੍ਰਵੇਸ਼ ਜੀ ਇੱਕ ਸਾਧ ਸੰਗਤ ਮਿਲ ਕੇ ਸ਼ਰਨ ਗ੍ਰਹਿਣ ਕਰਨੀ ਹੈ। ਦੂਜਾ ਖੰਭ ਇਹ ਬਣਾ। ਖੋਜ ਹੈ ਵਿਚਾਰੇ ਦਾਸ ਗੋਬਿੰਦ ਪ੍ਰਾਣ, ਅਵਨਾਸੀ ਖੇਮ ਚਾਹੇਗੇ ਨਾਨਕ ਸਵਾ ਸੌਣਾ ਰਹਿਣ। ਇੱਕ ਸਿਮਰਨ ਕਰਨਾ, ਇੱਕ ਪਰਮੇਸ਼ਰ ਦੀ ਸ਼ਰਨ ਲੈਣੀ, ਇਹ ਦੋ ਖੰਭ ਬਣਾ ਲੈ। ਮਹਾਰਾਜ ਕਹਿਣ ਲੱਗੇ ਰਾਮ ਰਤਨ ਹੀਰੇ ਸੰਗ ਰਾਤ। ਜਿਹਦੇ ਖੰਭ ਹੋਣ ਤੇ ਬਲ ਨਾ ਹੋਵੇ ਉਹ ਵੀ ਉੱਡ ਨਹੀਂ ਸਕਦਾ। ਰਾਮ ਜੋ ਰਤਨ ਰੂਪ ਹੈ ਉਹਨੂੰ ਹਿਰਦੇ ਦੇ ਨਾਲ ਵਸਾ ਕੇ ਰੱਖ, ਉਹਦੀ ਸੱਤਾ ਦਾ ਬਲ ਪਾਉਣਾ ਕਰ, ਵਿਵੇਕ ਰੂਪੀ ਬਲ ਉਹਦਾ ਪ੍ਰਾਪਤ ਕਰ। ਰਹਾਉ ਧਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ। ਮਹਾਰਾਜ ਸਾਹਿਬ ਵਿਸ਼ਰਾਮ ਦੇ ਕੇ ਕਹਿੰਦੇ ਭਾਈ ਧਰਮ ਰੂਪੀ ਕੋਈ ਛਪੜੀ ਹੈ, ਇਹਦੇ ਚ ਤ੍ਰਿਸ਼ਨਾ ਜਿਹੜੀ ਰਸਾਂ ਦੀ ਹੈ ਇਹ ਪੰਕ ਚਿੱਕੜ ਜਾਇ ਪੈਦਾ ਹੋਇਆ ਹੈ। ਇਹ ਚਿੱਕੜ ਚ ਤੂੰ ਖੁੱਬਿਆ ਪਿਆ ਹੈ। ਤ੍ਰਿਸ਼ਨਾ ਰੂਪੀ ਕੋਈ ਛਪੜੀ ਵਿੱਚ ਕੋਈ ਨਾ ਖੂਹੀ ਦਾ ਹੁੰਦਾ, ਕੋਈ ਛਪੜੀ ਸਮਝਣੀ ਜਿਵੇਂ ਚਿੱਕੜ ਦੀਆਂ ਖੂਹੀਆਂ ਪਈਆਂ ਹੁੰਦੀਆਂ ਹਨ। ਇਹ ਧਰਮ ਰੂਪੀ ਕੋਈ ਹੈ, ਛਪੜੀ ਹੈ। ਇਹਦੇ ਚ ਤ੍ਰਿਸ਼ਨਾ ਰਸਾਂ ਕਸਾਂ ਦੀ ਜਿਹੜੀ ਚਿੱਕੜ ਪੈਦਾ ਹੋਇਆ ਹੈ। ਅਤ ਤੀਖਣ ਮੋਹ ਕੀ ਫਾਸ। ਜਿਵੇਂ ਜਾਨਵਰ ਨੂੰ ਫਸਾਉਣ ਵਾਸਤੇ ਉਸਦੇ ਜਿਹੜੇ ਗਾਰੇ ਚ ਖੁੱਭ ਜਾਣ ਉੱਤੇ ਫਾਹੀ ਜਾਲ ਪਾ ਦਿੰਦੇ ਹੈ। ਇਹ ਜਿਹੜਾ ਮਾਇਆ ਰੂਪੀ ਸ਼ਿਕਾਰੀ ਹੈ, ਇਹਨੂੰ ਬਹੁਤ ਸਾਰੀ ਮੋਹ ਰੂਪੀ ਫਾਹੀ ਅਤਿਅੰਤੀ ਪੈਣ ਲਈ ਤਿੱਖੀ ਹੈ। ਇਹ ਪਾਤੀ ਹੈ ਜਿਹੜੀ ਨਿਕਲੇ ਨਾ ਛੇਤੀ ਤੇ ਪੈ ਜਾਵੇ ਕਾਲੀ ਨਾਲ, ਉਹ ਤਿੱਖੀ ਫਾਹੀ ਹੁੰਦੀ ਹੈ, ਕਾਲੀ ਦੇ ਨਾਲ ਪੈਣ ਵਾਲੀ। ਇਸੇ ਪ੍ਰਕਾਰ ਮੋਹ ਪੈਂਦਾ ਬੜੀ ਕਾਲੀ ਨਾਲ, ਫੁਰਦਾ ਬੜਾ ਮੋਹ ਛੇਤੀ, ਪੈਣ ਨੂੰ ਬੜਾ ਤੇਜ਼ ਹੈ ਤੇ ਮਿਟਣ ਨੂੰ ਬੜਾ ਔਖਾ ਹੈ। ਸਾਧ ਸੰਗਤ ਜੀ ਜਿਸ ਵਕਤ ਮੋਹ ਪੈਦਾ ਹੁੰਦਾ ਝਾਟੀ ਮੋਹ ਪੈਦਾ ਹੋ ਜਾਂਦਾ ਹਰੇਕ ਆਦਮੀ ਨੂੰ। ਜਦੋਂ ਮਿਟਦਾ ਉਦੋਂ ਭਾਗਾਂ ਵਾਲਿਆਂ ਦਾ ਕਿਸੇ ਦਾ ਮਿਟਦਾ ਹੈ। ਇਸ ਪ੍ਰਕਾਰ ਤੀਖਣ ਤੇਜ਼ ਹੈ ਜਿਹੜੀ ਮੋਹ ਦੀ ਫਾਂਸੀ ਪੈਣ ਵਾਲੀ, ਉਹ ਤੇਰੇ ਪੈ ਗਈ ਹੈ ਅਤਿਅੰਤੀ। ਕਾਟਨ ਹਾਰ ਜਗਤ ਗੁਰ ਗੋਬਿੰਦ। ਇਹ ਮਾਰੇ ਮੇਰੀ ਸਾਹੀ ਕੱਟੀ ਨਹੀਂ ਜਾਂਦੀ, ਕਹਿੰਦੇ ਕੱਟਣ ਹਾਰੇ ਗੁਰੂ ਅਕਾਲ ਪੁਰਖ ਹੈ, ਗੋਬਿੰਦ ਜੀ ਹਨ। ਚਰਨ ਕਮਲ ਤਾ ਕੇ ਕਰਹੁ ਨਿਵਾਸ। ਚਰਨਾਂ ਕੌਣ ਚਿੱਤੀ ਬਿੱਟੀ ਨੂੰ ਟਿਕਾਉਣਾ ਕਰ, ਤੇਰੀ ਫਾਹੀ ਕੱਟ ਦੇਵੇ। ਉਹ ਸੱਚੇ ਪਾਤਸ਼ਾਹ ਜਿਵੇਂ ਸਤਿਗੁਰੂ ਨਾਨਕ ਦੇਵ ਜੀ ਜੋ ਜਾਪਾਨ ਦੇ ਇਲਾਕੇ 'ਚ ਗਏ ਹੈ, ਉੱਥੇ ਕਹਿੰਦੇ ਹੈ ਸਮੁੰਦਰ ਦੀਆਂ ਜਿਹੜੀਆਂ ਮੱਛੀਆਂ ਸੀ ਉਹ ਸਾਰੀਆਂ ਜਾਲ 'ਚ ਫਸੀਆਂ ਹੋਈਆਂ ਸਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਚਰਨ ਜਲ 'ਚ ਪੈਣ ਨਾਲ ਸਾਰੀਆਂ ਮੱਛੀਆਂ ਜਿਹੜੀਆਂ ਸੀ ਉਹ ਜਾਲੋਂ ਟੁੱਟ ਕੇ ਪਰੀਆਂ ਬਣ ਕੇ ਕਹਿੰਦੇ ਸਰਗ ਨੂੰ ਚਲੇ ਗਈਆਂ। ਜਾਪਾਨ ਲੋਕਾਂ ਦਾ ਇਹ ਪ੍ਰਗਟ ਹੈ ਉੱਥੇ ਗੱਲ ਜਾਪਾਨੀਆਂ ਦੀ ਕਿ ਗੁਰੂ ਨਾਨਕ ਦੇ ਚਰਨਾਂ ਦੀ ਸ਼ੋਅ ਨਾਲ ਉਹ ਮੱਛੀਆਂ ਪਰੀਆਂ ਬਣ ਕੇ ਜਾਲ 'ਚੋਂ ਫਸੀਆਂ ਹੋਈਆਂ ਛੁੱਟ ਕੇ ਮੁਕਤ ਹੋ ਕੇ ਚਲੀਆਂ ਗਈਆਂ ਸੀ।
ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਕਮਲ ਤਾਕੇ ਕਰਹੁ ਸੱਚੇ ਨਿਵਾਸ ਪਾਤਸ਼ਾਹ ਜਿਹੜੇ ਚਰਨ ਹਨ ਕਬਲਵਦ ਪ੍ਰਕਾਸ਼ ਮੈਂ ਉਹਨਾਂ ਚ ਨਿਵਾਸ ਬਿਰਤੀ ਨੂੰ ਟਿਕਾਉਣਾ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਹੇ ਗੋਬਿੰਦ ਹੇ ਪ੍ਰਭੂ ਹੇ ਪ੍ਰੀਤਮ ਪਰਮ ਪ੍ਰੇਮ ਦੇ ਅਸਪਦ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਆਪ ਦੀਨਾ ਨਾਥ ਸੁਨੋ ਇਹ ਅਰਦਾਸ ਗਰੀਬਾਂ ਦੇ ਸਵਾਮੀ ਸਾਡੀ ਅਰਦਾਸ ਬੇਨਤੀ ਨੂੰ ਆਪ ਸੁਣੋ ਜੀ ਕਰ ਗਹਿ ਲੇਹੁ ਨਾਨਕ ਕੇ ਸੁਆਮੀ ਇਹ ਸਾਡੇ ਸਰਬ ਕੇ ਮਾਲਕ ਸਾਡੇ ਮਨ ਰੂਪੀ ਹੱਥ ਨੂੰ ਪਕੜ ਕੇ ਆਪ ਦੀ ਸ਼ਰਨ ਚ ਲੈ ਲਓ ਮੁਕਤ ਰੂਪੀ ਕਿਨਾਰੇ ਤੇ ਚਾੜ ਦਿਓ ਜੀਉ ਪਿੰਡ ਸਭ ਤੁਮਰੀ ਇਹ ਰਾਸ ਸਾਰਾ ਜਿਹੜਾ ਜੀਵ ਹੈ ਸੂਖਮ ਸਰੀਰ ਪਿੰਡ ਸਥੂਲ ਸਰੀਰ ਸਭ ਆਪ ਦੀ ਜੀਵ ਨੂੰ ਰਾਸ ਪੂੰਜੀ ਦਿੱਤੀ ਹੋਈ ਹੈ ਨਾ ਤੁਹਾਨੂੰ ਹੀ ਸੌਂਪਦੇ ਆ ਕਿਰਪਾ ਕਰਕੇ ਸਾਡੇ ਮਨ ਰੂਪੀ ਹੱਥ ਨੂੰ ਪਕੜ ਕੇ ਇਸ ਗਰਤ ਵਿੱਚੋਂ ਇਹ ਕ੍ਰਿਸ਼ਨਾ ਦੀ ਖੂਹੀ ਵਿੱਚੋਂ ਵਿਸ਼ਿਆਂ ਦੇ ਰਸ ਰੂਪੀ ਚਿੱਕੜ ਵਿੱਚੋਂ ਸਾਨੂੰ ਕੱਢ ਲਓ ਮਹਾਰਾਜ ਆਪ ਤੋਂ ਬਿਨਾਂ ਹੋਰ ਕੱਢਣ ਨੂੰ ਸਮਰੱਥ ਨਹੀਂ ਹੈ ਕੋਈ ਗੌੜੀ ਮਹੱਲਾ ਪੰਜਵਾ ਹਰ ਪੇਖਨ ਕੋ ਸਿਮਰਤ ਮਨ ਮੇਰਾ ਅਗਲਾ ਸ਼ਬਦ ਹਜ਼ੂਰ ਫਰਮਾਉਂਦੇ ਆ ਹਰੀ ਅਕਾਲ ਪੁਰਖ ਦੇ ਦਰਸ਼ਨ ਕਰਨ ਨੂੰ ਭਾਈ ਸਾਡਾ ਮਨ ਹਰ ਵਕਤ ਸਿਮਰਦਾ ਰਹਿੰਦਾ ਯਾਦ ਕਰਦਾ ਰਹਿੰਦਾ ਹੈ ਕਿ ਕਦੋਂ ਮਹਾਰਾਜ ਸਾਹਿਬ ਦੇ ਸਾਨੂੰ ਦਰਸ਼ਨ ਹੋਣ ਕਦੋਂ ਦੀਦਾਰ ਹੋਣ ਜਿਨ੍ਹਾਂ ਦਰਸ਼ਨਾਂ ਕਰਕੇ ਭਾਈ ਗੁਰਦਾਸ ਜੀ ਨੂੰ ਦਰਸ਼ਨ ਜਦੋਂ ਹੋਏ ਕਹਿੰਦੇ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਉਹ ਹਰੀ ਦੇ ਦਰਸ਼ਨ ਜਿਨ੍ਹਾਂ ਦਰਸ਼ਨਾਂ ਨੂੰ ਦੇਖ ਕੇ ਭਾਈ ਨੰਦ ਲਾਲ ਜੀ ਨੂੰ ਸਾਰੀਆਂ ਰੂਹਾਂ ਵਿੱਚ ਜਿਸਮ ਦਰ ਹਰ ਇਸ ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ ਕਹਿੰਦਾ ਸਾਰਿਆਂ ਜਿਸਮਾਂ ਦੇਹਾਂ ਵਿੱਚ ਜਿਹੜੀ ਰੂਹ ਚੇਤਨ ਸੱਚਾ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ ਅਤੇ ਅੱਖਾਂ ਵਿੱਚ ਜਿਹੜਾ ਨੂਰ ਵੇਖਣ ਵਾਲੀ ਸ਼ਕਤੀ ਹੈ ਉਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਹਨ ਇਹ ਭਾਈ ਨੰਦਲਾਲ ਜੀ ਦ੍ਰਿਸ਼ਟੀ ਨੇਤਰੀ ਸਤਿਗੁਰੂ ਦੇਖਣਾ ਐਸੀ ਦ੍ਰਿਸ਼ਟੀ ਦੇ ਨਾਲ ਹਰੀ ਦੇ ਦਰਸ਼ਨ ਕਰਨ ਨੂੰ ਸਾਡਾ ਮਨ ਸਿਮਰਨ ਕਰਦਾ ਹੈ ਕਿ ਕਦੋਂ ਮਹਾਰਾਜ ਦਰਸ਼ਨ ਹੋਣ ਹਰ ਵਕਤ ਸਿਮਰਨ ਜੁੜੇ ਰਹਿੰਦੇ ਹਾਂ ਆਸ ਪਿਆਸੀ ਚਿਤਵੋ ਦਿਨ ਰਹਿਣੀ ਇਹ ਮਹਾਰਾਜ ਮੈਂ ਆਸਾ ਉਹਦੇ ਦਰਸ਼ਨਾਂ ਦੀ ਵੀ ਪਿਆਸ ਵਾਲੀ ਹੋ ਕੇ ਰਾਜ ਵਿੱਚ ਜਿੰਦੀ ਰਹਿੰਦੀ ਹੈ ਕੋਈ ਸੰਤ ਮਿਲਾਵੇ ਹੈ ਕੋਈ ਭਾਈ ਹੈ ਜਾਂ ਸੰਤ ਜਿਹਨਾਂ ਸਾਸ ਗ੍ਰਹਿ ਜਪਣ ਵਾਲਾ ਹੈ ਤਾਂ ਨੇੜੇ ਹੀ ਪਰਮੇਸ਼ਰ ਸ਼ਾਰਦ ਤੋਂ ਵੀ ਨੇੜੇ ਕੁਰਾਨ ਸ਼ਰੀਫ ਵਾਲੇ ਦੱਸਦੇ ਹੈ ਪਰ ਜਿਹੜਾ ਨੇੜੇ ਨਿਰਣਾ ਕਰਕੇ ਮਿਲਾ ਦੇਵੇ ਕੋਈ ਹੈ ਜਾਂ ਸੰਤ ਜਿਹਦਾ ਨੇੜਾ ਹੋਇਆ ਹੋਵੇ ਪਰਮੇਸ਼ਰ ਦਾ ਨਿਕਟਵਰਤੀ ਹੋਇਆ ਹੋਵੇ ਆਪ ਮਿਲਿਆ ਹੋਇਆ ਹੋਵੇ ਸਾਨੂੰ ਨੇੜੇ ਹੀ ਜੋ ਕਹਿ ਰਵਿਦਾਸ ਹੱਥ ਪੈ ਨੇੜੇ ਹੱਥਾਂ ਪੈਰਾਂ ਦੇ ਪਾਉਣ ਤੋਂ ਵੀ ਨੇੜੇ ਹੈ ਉਸ ਦੇ ਨਾਲ ਮਿਲਾ ਦੇਵੇ ਨਿਰਣਾ ਕਰਕੇ ਰਹਾਉ ਸੇਵਾ ਕਰੋ ਦਾਸ ਦਾਸਨ ਕੀ ਅਵਧੂਤ ਇਹੋ ਜਿਹੇ ਬਹੁਤ ਹੈ ਜਿਹੜੇ ਕਹਿੰਦੇ ਕਿਸੇ ਨੂੰ ਦੱਸਦਾ ਤਾਂ ਕੋੜੀ ਹੋ ਜਾਏਗਾ ਪੰਡਤ ਲੋਕ ਗੱਲਾਂ ਨਾਲ ਬਹੁਤ ਚੁਗਾਈਆਂ ਕਰਦੇ ਤੇ ਕਮਾਈ ਤੋਂ ਹੀਣੇ ਹੁੰਦੇ ਹੰਕਾਰੀਆਂ ਦੀ ਨਿਆਈ ਹੈ ਸੋ ਇਹੋ ਜਿਹਾ ਕੋਈ ਸੰਤ ਹੋਵੇ ਜਿਹੜਾ ਆਪ ਮਿਲਿਆ ਹੋਵੇ ਸਾਨੂੰ ਨਿਰਣਾ ਕਰਕੇ ਮਿਲਾ ਦੇਵੇ ਰਹਾਉ ਸੇਵਾ ਕਰੋ ਦਾਸ ਦਾਸਨ ਕੀ ਤੁਸੀਂ ਕੀ ਅਰਪੋਗੇ ਤਾਂ ਬੇਨਤੀ ਕਰੇ ਜਿਗਿਆਸੂ ਮਾਰੇ ਮੈਂ ਸੇਵਾ ਕਰਾਂਗੀ ਦਾਸਾਂ ਦੀ ਦਾਸ ਬਣ ਕਰਕੇ ਅਨਕ ਭਾਂਤ ਤਿਸ ਕਰੋ ਨਿਹੂਰਾ ਕਰਕੇ ਉਹਨਾਂ ਗੁਰਮੁਖਾਂ ਦਾ ਅਸੀਂ ਆਸਾਨ ਬੰਦ ਹੋਵਾਂਗੇ ਬੜਾ ਭਾਰੀ ਨਹੀਂ ਹੋਣਾ ਆਸਾਨ ਬਣਾਵਾਂਗੇ ਜੋ ਆਗਿਆ ਕਰਨਗੇ ਸਾਰੀ ਉਮਰ ਉਹਨਾਂ ਦਾ ਆਸਾਨ ਨਹੀਂ ਭੁੱਲਾਂਗੇ ਤੁਲਾ ਧਾਰ ਬਣਾਉਣੇ ਕਰਾਂਗੇ ਨੇਕ ਤਰ੍ਹਾਂ ਕਰਕੇ ਉਹਨਾਂ ਨੂੰ ਤੁਲਾ ਧਾਰ ਤੋਲੇ ਸੁਖ ਸਗਲੇ ਮਹਾਰਾਜ ਸਾਹਿਬ ਦੇ ਦਰਸ਼ਨਾਂ ਨੂੰ ਕਿਉਂ ਇੰਨਾ ਚਾਹੁੰਦੇ ਹੋ ਹੋਰ ਕੋਈ ਸੁਖ ਲੈ ਲਓ ਰਿਧੀਆਂ ਲੈ ਲਓ ਸਿੱਧੀਆਂ ਲੈ ਲਓ ਮੁਕਤੀਆਂ ਲੈ ਲਓ ਬਕੁੰਠ ਦੀਆਂ ਅਤੇ ਸਵਰਗ ਦਾ ਰਾਜ ਲੈ ਲਓ ਬਰੂ ਲੋਕ ਦੀ ਪਦਵੀ ਪ੍ਰਾਪਤ ਕਰ ਲਓ ਇਹ ਚੀਜ਼ਾਂ ਨਹੀਂ ਚੰਗੀਆਂ ਤੁਸੀਂ ਸਮਝਦੇ ਤਾਂ ਕਹਿੰਦੇ ਹਨ ਤੁਲਾ ਧਾਰ ਤੋਲੇ ਸੁਖ ਸਗਲੇ ਅਧਿਕਾਰੀ ਲੋ ਬੁੱਧੀ ਰੂਪ ਤਰਾਜੂ ਤੇ ਧਾਰ ਕੇ ਰੱਖ ਕਰਕੇ ਸਾਰੇ ਦੁਨੀਆ ਦੇ ਸੁਖ ਤੋਲ ਕੇ ਵੇਖਿਆ ਅਸੀਂ ਸ਼ਾਸਤਰ ਪ੍ਰਮਾਣ ਦੀ ਬੱਤਾ ਪਾ ਪਾ ਕੇ ਬਿਨ ਹਰ ਦਰਸ ਸਭੋ ਹੀ ਥੋੜਾ ਹਰੀ ਦੇ ਦਰਸ਼ਨਾਂ ਤੋਂ ਬਿਨਾਂ ਜਿੰਨਾ ਸੁਖ ਹੈ ਉਹ ਸਾਰਾ ਥੋੜਾ ਹੀ ਹੈ ਤਾਂ ਇਹ ਮੁਕਤ ਬਪੜੀ ਦੀ ਗਿਆਨੀ ਤਿਆਗੇ ਕਈ ਬਕੁੰਠ ਨਹੀਂ ਲਵੇ ਲਾਗੇ ਇੰਦਰ ਲੋਕ ਸਿਵ ਲੋਕ ਕਹਿ ਜਾਇਵੋ ਉੱਚੇ ਤਬ ਕਰ ਬਾਹਰ ਆਇਵੋ ਉਹਨਾਂ ਦੀ ਲੋੜ ਨਹੀਂ ਰੱਖਦੇ ਗੁਰਮੁਖੋ ਇਹ ਬੁੱਧ ਰੂਪੀ ਤਾਜੀ ਤੇ ਧਰ ਕੇ ਰੱਖਿਆ ਤੋਲ ਤੋਲ ਕੇ ਸ਼ਾਸਤਰ ਪ੍ਰਮਾਣ ਵਰਤੇ ਨਾ
हरि के दर्शनों तो बिना थोड़ा ही थोड़ा सुख है। जैसा हमारे दर्शन के आनंद है वो दर्शन बल्कि संगत में जिन्ना प्राप्त होंगे आपन क्या एक पलक सुख साध समागम कोट मुकुंठ है पाए। एक पलक मात्र साधुओं के समागम जिथे वाहिगुरु की सिखियाता है उस इकट्ठ विच करोड़ों मुकुंठा की प्राप्ति है। ये हरि दर्शनों तो बिना थोड़े सुख समझते हैं। जिवें रहबा नूं दर्शन देने वास्ते कहते मक्का आया सी, मुसलमान की मसले दी किताबां च आउंदा है 60 कोह तो मक्का एक कुत्ती तिहाई नूं इहने पानी पियाया सी ते 60 कोह तो मक्का आया। उधर इब्राहिम पैगंबर दर्शन करने वास्ते आया मक्के का ते मक्का है नहीं थां ते कहते मक्का तो कहते कमजोर की लड़की है ओदी जियारत वास्ते मक्का गया। जदों इहदे कोले आया कहनी मैं खुदा दे घर नूं की करना, मैं तो खुदा दे दर्शन चाहनी है। मक्का फिर वापस हो गया। कहते इस प्रकार की गल तो महाराज दे प्यारे कहते बिना हरे दर्शनों तो सब कुछ थोड़ा ही थोड़ा है। संत प्रसाद गाए गुण सागर, संतां की कृपा करके गुणा दे समुद्र परमेश्वर नूं गाउणा कीता है। जन्म जन्म को जात बहूरा, ਜਿਹੜਾ ਜਨਮਾਂ ਜਨਮਾਂ ਦਾ ਰੁੜਿਆ ਜਾਂਦਾ ਸੀ ਸੰਸਾਰ ਦੀ ਪ੍ਰਵਾਹ ਦੇ ਵਿੱਚ ਕੀਤੀ ਬਹਿਣ ਇਸ ਕੀਤੀ ਦਰਿਆ ਬੰਜਰ ਬਹਿੰਦੀ ਹੈ। कितने ये संसार रूपी दरिया रुड़न वाले होके रुड़ गए है। कितने रुड़ गए है, कितने रुड़ रहे है, कितने रुड़ जाना है। इस दे विच जन्म जन्म को जात बहूरा, जन्म रुड़े जा रहे सी बहोरा अवार ले बचा ले कृपा दृष्टि की है। आनंद सुख भेट तो हर नानक, सतगुरु साहब जी कहते आनंद स्वरूप का सुख प्राप्त होया है। हरि स्वरूप दे हरि जो आनंद स्वरूप है उसके गुरु रूप मेट भेट गुरु जो हरि का स्वरूप आनंद स्वरूप हैं उन्होंने मिलने करके अत्यंत सुख सानू प्राप्त होया, अखंड सुख प्राप्त होया मन मानी शरीर करके। जन्म करतारस सफल सवेरा, साडा जन्म मनुखा जन्म करतार सफला हो गया, किरत किरत हो गया। अर्थ सिद्धांत नूं प्राप्त करके स्वरूप के विचार नूं सफल सवेरा सहत ज्ञान फल दे ये सवेरा सवला ही प्राप्त हो गया, सवेरा शीघ्र ही प्राप्त हो गया। इक्के जन्म में ही सच्चे पातशाह निहाल करते ये सोहना वेला संगत का प्राप्त होया। इस विच अपने आप नूं सवार लिया है, ऐसा अमृत वेला प्राप्त होया। ये जन्म करतार सफला हो गया मनुखा जन्म की सवेर की प्राप्ति करके। साध संगत जी ज्ञानी सिंह साहब भाई साहब संत पंडित मोहन सुनी आए है, थोड़े जे बचने ने तो भी आप सुनिए, इत्थे कथा अज रहन दईए। संत प्रसाद गाए गुण सागर, जन्म जन्म को जात बहूरा, आनंद सुख भेट हर नानक, जन्म करतारथ सफल सवेरा। वाहिगुरु जी का खालसा वाहिगुरू। राग गौड़ी पूर्वी महला पंजवा। एक ओंकार सतगुर प्रसाद, किन विध मिलै गुसाई मेरे राम राय। वाहिगुरु जी का खालसा वाहिगुरू जी की फतेह। सतगुरु जी साजी नवाजी गुरु खालसा साध संगत जीओ। अंतर्जामी सतगुरु अर्जन देव महाराज साहब जी जदों अमृत रूप बाणी का भाई गुरदास साहब जी के पासों लिखन की सेवा करा रहे सन, उस वक्त भाई तराना जी गुरु महाराज साहब के प्रेमी गुरमुख सिख गुरु अर्जन साहब के हर वक्त निरत वर्ती उन्होंने गुरु साहब अगे जिहड़े प्रश्न किए हैं ये दो शब्द होंगे भाई तराना जी के प्रसाय करके गुरु साहब जी ने उच्चारण किए। एक अगला शब्द एक ये शब्द तो गुरु महाराज साहब के पास सिखन जिवें प्रश्न किए है वो भी तुकां विच ही आउणगे ते जिवें उत्तर दिते वो भी तुकां विच ही आउणगे राम राज शब्द द्वारा। राग गौड़ी अंदर पूर्वी जाति है, ये पूर्वी जिहड़ी है इसदे पैर दे हेठां एका लगा होया है। ये एका जिहड़ा पूर्वी दी पहली जाति है। होर जातियां विच भी इन्हां दे कुछ भेद हनगे जिन्हां शब्दां दे हेठ विच कदे दो आउणगे कदे तीन आउणगे। इन्हां दीयां जातियां विच भेद है। दूसरा एक है इहदा कारण
ਤੇ ਗੌੜੀ ਦੇ ਸ਼ਬਦ ਇੰਨੇ ਲੱਖ ਪਾਠ ਇਸਦਾ ਕੀਤਾ ਜਾਵੇ ਤੇ ਫਿਰ ਇਹਦੇ ਕਰਕੇ ਜੋ ਇੱਛਾ ਹੋਵੇ ਉਹ ਪ੍ਰਾਪਤ ਹੋ ਜਾਂਦੀ ਹੈ। ਅਤੇ ਆਸਾ ਰਾਗ ਦੇ ਕਰੋੜਾਂ ਦੀ ਗਿਣਤੀ ਨਾਲ ਕਰਨੇ ਪੈਂਦੇ ਜਿੱਥੇ ਅੰਗ ਆਉਣਗੇ ਵਿੱਚ, ਅਤੇ ਜਿਹੜੇ ਗੌੜੀ ਦੇ ਆਉਂਦੇ ਹੈ ਇਹ ਮਹਾਰਾਜ ਸਾਹਿਬ ਲੱਖਾਂ ਦੀ ਗਿਣਤੀ ਨਾਲ ਇਹਨਾਂ ਦੀ ਪ੍ਰਾਪਤੀ ਸਿੱਧੀ ਦੱਸੀ ਹੈ। ਇਹ ਕਾਰਨ ਹੈ ਇਹ ਮਹਾਂਪੁਰਖ ਅਭਿਆਸੀਆਂ ਬਜ਼ੁਰਗਾਂ ਤੋਂ ਸੰਤਾਂ ਮਹਾਂਪੁਰਖਾਂ ਨੇ ਇਹ ਨਿਰਣੇ ਕਰਕੇ ਕਿਰਪਾ ਕਰਕੇ ਦੱਸਿਆ ਸੀ ਕਿ ਕਮਾਈ ਦੀ ਬਾਬਤ ਜ਼ਿਕਰ ਹੈ। ਜੇ ਹੇਠਾਂ ਪੈਰਾਂ ਦੇ ਅੱਖਰ ਆਉਂਦੇ ਅੰਗ ਆਉਂਦੇ ਹਨਗੇ ਅਤੇ ਜੇ ਆਉਣ ਸ਼ਬਦ ਦੇ ਮੁਕਾਬਲੇ ਤੇ ਉਹ ਜਿਹੜੇ ਹੁੰਦੇ ਹਨ ਉਹ ਆਪਣੇ ਗਿਣਤੀ ਦੇ ਸ਼ਬਦ ਹੁੰਦੇ ਹੈ, ਚਾਹੇ ਛੋਟੇ ਅੱਖਰਾਂ ਚ ਆਉਂਦੇ ਹੈ ਚਾਹੇ ਬਹੁਤਿਆਂ ਚ ਆਉਂਦੇ ਹੈ। ਜਿਹੜੇ ਪੈਰਾਂ ਚ ਆਉਂਦੇ ਹਨਗੇ ਇਹ ਸਾਧ ਸੰਗਤ ਜੀ ਕਮਾਈ ਦੀ ਬਾਬਤ ਆ ਗਿਆ ਹੈ ਇਸ ਵਿੱਚ। ਰਾਗ ਕਰਕੇ ਹੁਣ ਰਾਗ ਸਾਹਿਬ ਸਤਿਗੁਰੂ ਜੀ ਗੌੜੀ ਰਾਗ ਚ ਪੂਰਬੀ ਜਾਤੀ ਹੈ ਜਿਸ ਦੀ 1 ਲੱਖ ਕਮਾਉਣ ਕਰਕੇ ਦੀ ਸਿੱਧੀ ਪ੍ਰਾਪਤ ਹੋਵੇਗੀ। ਮਹੱਲਾ ਪੰਜਵਾਂ ਸਰੂਪ ਉਚਾਰਨ ਕਰਦੇ ਹੈ। ਇਹ ਅੰਮ੍ਰਿਤਸਰ ਸਾਹਿਬ ਵਾਲੇ ਬਾਬੇ ਕਿਰਪਾਲ ਸਿੰਘ ਜਿਹੜੇ ਬਾਬੇ ਹਮੀਰ ਸਿੰਘਾਂ ਦੇ ਸੇਵਕ ਹੈ ਉਹਨਾਂ ਨੂੰ ਵੀ ਪ੍ਰਸ਼ਨ ਕੀਤਾ ਸੀ। ਮਹਾਂਪੁਰਖਾਂ ਨੇ ਜੋ ਕੋਈ ਦੱਸਿਆ ਉਹ ਕਮਾਈ ਦਾ ਜ਼ਿਕਰ ਦੱਸਿਆ ਹੈ, ਬਾਕੀ ਜਾਤੀ ਦਾ ਜਿਹੜਾ ਜ਼ਿਕਰ ਹੈ ਉਹ ਗੌੜੀ ਦੇ ਪੈਰ ਹੇਠਾਂ ਆਵੇ ਤੇ ਫਿਰ ਜਾਤੀ ਦਾ ਜ਼ਿਕਰ ਹੈ, ਦੂਜੀ ਜਾਤੀ ਹੈ, ਪੂਰਬੀ ਦੀ ਜਾਂ ਪਹਿਲੀ ਜਾਤੀ ਹੈ। ਤੇ ਇਸ ਸ਼ਬਦ ਦੇ ਨਾਲ ਜਿਹੜਾ ਆਵੇ ਕਮਾਈ ਦਾ ਜ਼ਿਕਰ ਸਮਝਣਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਨ ਬਿਦ ਮਿਲੈ ਗੁਸਾਈ ਮੇਰੇ ਰਾਮ ਰਾਏ। ਪਰਮੇਸ਼ਵਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਭਾਈ ਪ੍ਰਾਣਾ ਜੀ ਨੇ ਜੋ ਪ੍ਰਸ਼ਨ ਕੀਤੇ ਸਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਅੰਮ੍ਰਿਤ ਰੂਪ ਸ਼ਬਦਾਂ ਦੁਆਰਾ ਬਾਣੀ ਦਾ ਜਿਵੇਂ ਸਿੱਧਾਂ ਦੇ ਪਰਸ਼ਿਆਂ ਨੂੰ ਕਵਨ ਸੁਜੁਗਤਾ ਕਵਨ ਸੋ ਮੁਕਤਾ ਕਿਵੇਂ ਤੁਕਾਂ ਵਿੱਚ ਪਾ ਕੇ ਉਸੇ ਪਰਸ਼ਨ ਨੂੰ ਆਪ ਉਚਾਰਨ ਕਰਦੇ ਹਨ। ਕਿਨ ਬਿਦ ਮਿਲੈ ਗੁਸਾਈ ਮੇਰੇ ਰਾਮ ਰਾਏ। ਰਾਮ ਰਾਜਾ ਦੇ ਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ। हे राम व्यापक रूप, हे राम प्रकाश स्वरूप, हे रमंती राम, हे सारिਆਂ ਦੇ ਜੋਗੀਆਂ ਜਿਹਨਾਂ ਦੇ ਰਮਣ ਯੋਗ ਪ੍ਰਵਿਰਤ ਹੋਣ ਯੋਗ, हे ਰਾਜ ਪ੍ਰਕਾਸ਼ ਸਰੂਪ ਰਾਜਾ ਰੂਪ, हे ਮੇਰੇ ਸਤਿਗੁਰੂ ਪ੍ਰਿਥਵੀ ਦੇ ਸਾਈਂ ਕਿਹੜੀ ਜੁਗਤੀ ਨਾਲ ਪਰਮੇਸ਼ਰ ਮਿਲ ਸਕਦਾ ਹੈ। ਕੋਈ ਐਸਾ ਸੰਤ ਸਹਿਜ ਸੁਖ ਦਾਤਾ, ਕੋਈ ਇਹੋ ਜਿਹਾ ਸੰਤ ਮਹਾਤਮਾ ਹੋਵੇ ਜਿਹਦੇ ਚ ਦੀਆਂ ਵਾਸ਼ਨਾ ਸਾਰੀਆਂ ਸ਼ਾਂਤ ਹੋ ਗਈਆਂ ਹੋਣ, ਤਾਂ ਅੰਤ ਸਾਰੀਆਂ ਸ਼ਮਨ ਹੋ ਗਈਆਂ ਹੋਣ ਵਾਸ਼ਨਾ ਜਿਨ੍ਹਾਂ ਦੀਆਂ, ਅਤੇ ਫਿਰ ਉਹ ਕੈਸਾ ਹੋਵੇ ਸਰਵ ਸਹਿਜ ਸੁਖ ਦਾਤਾ। ਜੇ ਸੁਖ ਸਰੂਪ ਨੂੰ ਆਪ ਪ੍ਰਾਪਤ ਕੀਤਾ ਹੋਵੇ, ਉਹਨਾਂ ਨੂੰ ਦਾਤਾ ਹੋਵੇ। ਮੋਹ ਮਾਰਗ ਦੇ ਬਤਾਈ, ਉਹ ਮੇਰੇ ਤਾਈਂ ਮਾਰਾ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਰਸਤਾ ਜੋ ਭਗਤੀ ਸਹਿਤ ਗਿਆਨ ਹੈ ਉਹ ਕਿਰਪਾ ਕਰਕੇ ਬਤਾ ਦੇਵੇ, ਦੱਸ ਦੇਵੇ। ਰਹਾਉ ਅੰਤਰ ਅਲਖ ਨਾ ਜਾਈ ਲਖਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਗੁਰਸਿੱਖ ਰਹਾਉ ਵਿਸਰਾਮ ਦੇ ਕੇ ਅੰਦਰ ਹੀ ਹੈ ਭਾਈ ਉਹ, ਪਰ ਗੁਣਾਂ ਤੋਂ ਬਗੈਰ ਅਲਖ ਹੈ। ਬੜੇ ਲੋਕ ਯਤਨ ਕਰਦੇ ਹਨ। ਪਰਮਾਣੂ ਬਹੁਤ ਸੂਖਮ ਚੀਜ਼ ਹੈ, ਜੋਗੀ ਧਿਆਨ ਨਾਲ ਵੇਖ ਸਕਦੇ ਹੈ, ਪਰ ਉਹ ਉਦੋਂ ਵੀ ਅਲਖ ਹੈ। ਪਰਮਾਣੂਆਂ ਦੇ ਜੋਗੀਆਂ ਦੇ ਧਿਆਨ ਦਾ ਵਿਸ਼ਾ ਵੀ ਨਹੀਂ ਹੈ। ਸੋ ਅੰਦਰ ਹੈ ਸਾਰਿਆਂ ਦੇ ਅਲਖ, ਲਖਣ ਤੋਂ ਰਹਿਤ ਹੈ ਗੁਰਾਂ ਤੋਂ ਬਿਨਾਂ ਨਾ ਜਾਈ ਲਖਿਆ। ਸ਼ਕਤੀ ਬਿਰਤੀ ਕਰਕੇ ਕਿਸੇ ਦੇ ਪਾਸੋਂ ਲਖਿਆ ਨਹੀਂ ਜਾਂਦਾ ਹੈ। ਵਿੱਚ ਪੜਦਾ ਹਉ ਮੈਂ ਪਾਈ, ਪੜਦਾ ਕਿਹੜਾ ਪਿਆ ਹੈ ਕਹਿੰਦੇ ਹਉਮੈ ਜਿਹੜੀ ਧਨ ਤਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਧੀਤ ਕੁਰਾਰੀ। ਹਉਮੈ ਦਾ ਪੜਦਾ ਵਿੱਚ ਪਾਇਆ ਹੋਇਆ ਇਹ ਸੰਜੀਵਨ ਹੈ ਜਿਹੜਾ ਜੀਵ ਆਪਣੀ ਹਉਮੈ ਕਰਕੇ ਵੱਖਰਾ ਬਣ ਬੈਠਾ ਹੈ। ਮਾਇਆ ਮੂਹ ਸਭੂ ਜਗ ਸੋਇਆ। ਇਹ ਮਾਇਆ ਹਉਮੈ ਦਾ ਪੜਦਾ ਜੀਵ ਦੇ ਉੱਤੇ ਕਿਉਂ ਪਾਤਾ ਤਾਂ ਹਜ਼ੂਰ ਫਰਮਾਉਂਦੇ ਹਨ ਮਾਇਆ ਮੂਹ ਸਭੂ ਜਗ ਸੋਇਆ। ਇਹ ਭਾਈ ਇੱਕ ਦੋ ਦੀ ਕੀ ਗੱਲ ਹੈ, ਸਾਰਾ ਜਗਤ ਜਿੰਨਾ ਹੈ ਜੈਤ ਪੱਤੀ ਤੇ ਗਦ ਨਾਸ ਹੋਣ ਵਾਲਾ
ਮਾਇਆ ਦੇ ਮੋਹ ਵਿੱਚ ਸਭ ਕੋਈ ਸੁੱਤਾ ਪਿਆ ਹੈ ਪ੍ਰਮਾਦੀ ਹੋ ਕੇ। ਇਹੋ ਭਰਮ ਕਹੋ ਕਿਉਂ ਜਾਈ। ਇਹ ਸਤਿਗੁਰੂ ਜਿਹੜਾ ਬ੍ਰਹਮ ਸਰੂਪ ਤੋਂ ਭਿੰਨ ਪਰਦਾ ਕਰਕੇ ਜੀਵ ਵੱਖੋ ਵੱਖਰੇ ਬਣ ਬੈਠੇ। ਇਹ ਭਰਮ ਜਿਹੜਾ ਪਿਆ ਹੋਇਆ ਹੈ, ਭੇਦ ਭਰਮ ਹੀ ਪਹਿਲਾਂ 5 ਪ੍ਰਕਾਰ ਦਾ, ਜੀਵ ਈਸ਼ ਦਾ, ਜੜ ਈਸ਼ ਦਾ, ਜੜ ਜੜ ਦਾ, ਜੀਵ ਜੀਵ ਦਾ। ਇਸ ਪ੍ਰਕਾਰ ਜਿਹੜਾ 5 ਪ੍ਰਕਾਰ ਦਾ ਭੇਦ ਹੈ, ਜੜ ਈਸ਼ ਸਾਧਕਾਂ ਦਾ, ਜੀਵ ਜੀਵ ਦਾ, ਜੀਵ ਈਸ਼ ਦਾ, ਇਤਿਆਦਿਕ ਜਿਹੜਾ 5 ਪ੍ਰਕਾਰ ਦਾ ਭੇਦ ਹੈ, ਉਹ ਕਿਸ ਪ੍ਰਕਾਰ ਆਪ ਕਿਰਪਾ ਕਰ ਕਹੋ ਕਿਸ ਪ੍ਰਕਾਰ ਜਾਵੇ। ਏਕਾ ਸੰਗਤ ਇਕਤ ਗ੍ਰਹਿ ਵਾਸਤੇ। ਜਾਮੀ ਸੱਚੇ ਪਾਤਸ਼ਾਹ ਏਕਾ ਸੰਗਤ, ਇੱਕ ਅੰਤःਕਰਨ ਦੀ ਸਾਰਿਆਂ ਨੂੰ ਸੰਗਤ ਹੈ। ਇੱਕੇ ਘਰ ਚ ਅੰਤःਕਰਨ ਚ ਸਾਰੇ ਵਸਦੇ ਹੈ। ਇੱਕੇ ਦੀ ਸੰਗਤ ਕੀ ਹੈ? ਜੋ ਕੁਟਸਥ ਹੈ ਉਹਦੀ ਅੰਤःਕਰਨ ਉਪਾਧੀ ਹੈ, ਅਤੇ ਜਿਹੜਾ ਚਿਦਾਭਾਸ ਹੈ ਉਹਦਾ ਅੰਤःਕਰਨ ਵਿਸ਼ੇਸ਼ਣ ਹੈ। ਇਸ ਪ੍ਰਕਾਰ ਇੱਕੇ ਦੀ ਸੰਗਤ ਹੈ ਅੰਤःਕਰਨ ਦੀ, ਇੱਕ ਉਪਾਧੀ ਹੈ ਇੱਕ ਦੀ, ਤੇ ਇੱਕ ਦਾ ਵਿਸ਼ੇਸ਼ਣ ਹੈ ਅੰਤःਕਰਨ। ਇਸ ਪ੍ਰਕਾਰ ਚਿਦਾਭਾਸ ਤੇ ਕੁਟਸਥ ਇੱਕੇ ਅੰਤःਕਰਨ ਦੀ ਸੰਗਤ ਚ ਵਸਦੇ ਹਨ। ਮਿਲ ਬਾਤ ਨਾ ਕਰਤੇ ਭਾਈ। ਮਿਲਣ ਦੀ ਬਾਤ ਕਰਦੇ ਨਹੀਂ ਹੈ ਭਰਾਵੋ, ਕਿਵੇਂ ਮਿਲਣ ਹੋ? ਪਰਮੇਸ਼ਰ ਦੇ ਨਾਲ ਮਿਲਣ ਦੀ ਗੱਲ ਹੀ ਨਹੀਂ ਇਹ ਕਰਦੇ ਹਨ। ਇਸੇ ਪ੍ਰਕਾਰ ਫਿਰ ਪੜੋ ਤੋ ਏਕਾ ਸੰਗਤ ਇਕਤ ਗ੍ਰਹਿ ਵਾਸਤੇ। ਇੱਕ ਚੇਤਨ ਦੀ ਸੰਗਤ ਕਰਕੇ ਇੱਕੇ ਘਰ ਸਰੀਰ ਦੇ ਵਿੱਚ ਵਸਦੇ ਹਨ। ਮਿਲ ਬਾਤ ਨਾ ਕਰਤੇ ਭਾਈ। ਇਹ ਮਿਲਣ ਦੀ ਬਾਤ ਕਦੇ ਇਹ ਭਰਾਵੋ ਪੰਜੇ ਗਿਆਨ ਇੰਦਰੀਏ ਤੇ ਮਾਨੋ ਇੱਕ ਇਸ ਹਿਰਦੇ ਦੇ ਅੰਦਰ ਹੀ ਰਹਿੰਦੇ ਹਨ। ਇਹ ਮਿਲਣ ਦੀ ਗੱਲ ਨਹੀਂ ਕਰਦੇ। ਜਿਹੜੇ ਇੰਦਰੀ ਹਨ ਇਹ ਵੱਖੋ ਵੱਖਰੇ ਵਿਸ਼ਿਆਂ ਨੂੰ ਰਿਆ ਪਸ਼ੂ ਨੂੰ ਦੌੜਦੇ ਰਹਿੰਦੇ ਹੈ। ਮਨ ਸੰਕਲਪਾਂ ਵੱਲ ਦੌੜਦਾ ਰਹਿੰਦਾ ਹੈ। ਕਿਉਂ ਮਿਲਣ ਦੀ ਗੱਲ ਇੱਕ ਪਰਮੇਸ਼ਰ ਨਾਲ ਕਰਦੇ, ਨਾ ਮਨ ਕਰਦਾ ਨਾ ਪੰਜੇ ਗਿਆਨ ਇੰਦਰੀਏ ਕਰਦੇ ਹਨ। ਏਕ ਵਸਤ ਬਿਨ ਪੰਜ ਦੁਹੇਲੇ। ਸੰਗਤ ਹੈ ਇਹਨੂੰ ਇੱਕੇ ਦੇਹ ਦੇ ਅੰਦਰ ਵਸਦੇ ਹੈ, ਪਰ ਮਿਲਣ ਦੀ ਗੱਲ ਨਹੀਂ ਇਹ ਕਰਦੇ ਹਨ ਪਰਮੇਸ਼ਰ ਨਾਲ। ਰਿਆ ਪਸ਼ੂਆਂ ਦੀ ਨਿਆਈ ਸਦਾ ਵਾਸਤੇ ਬਾਹਰ ਵਿਸ਼ਿਆਂ ਨੂੰ ਦੌੜਦੇ ਰਹਿੰਦੇ ਹਨ। ਏਕ ਵਸਤ ਬਿਨ ਪੰਜ ਦੁਹੇਲੇ। ਇੱਕ ਵਸਤੂ ਹੈ ਆਤਮਾ ਆਨੰਦ ਸਰੂਪ। ਉਸ ਤੋਂ ਬਗੈਰ ਇਹ ਪੰਜੇ ਜਿਹੜੇ ਗਿਆਨ ਇੰਦਰੀ ਹੈ ਇਹ ਵੀ ਦੁਹੇਲੇ ਦੁਖੀ ਹੋ ਰਹੇ ਹੈ। ਰੂਪ ਨੂੰ ਅੱਖੀਂ ਵੇਖਣ ਰਜੀਆਂ ਦਾ ਰੰਗ ਤਮਾਸੇ, ਉਸ ਤੇ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਸਵਾਦੀ ਜੀਵਨ ਲੱਗੀ ਹੈ ਰਜੀਆ ਕਰ ਭੋਗ ਬਲਾਸੇ। ਇਸ ਪ੍ਰਕਾਰ ਨਕ ਨ ਰਜਿਆ ਵਾਸ ਲੈ ਦੁਰਗੰਧ ਸਵਾਸੇ। ਸਵਾਦੀ ਜੀਵਨ ਰਜੀਆ ਕਰ ਭੋਗ ਬਲਾਸੇ। ਇਸ ਪ੍ਰਕਾਰ ਦੀ ਇਹਨਾਂ ਇੰਦਰੀਆਂ ਦੀ ਹਾਲਤ ਹੈ। ਇੱਕ ਚੇਤਨ ਰੂਪੀ ਵਸਤੂ ਦੀ ਸਿਖਿਆਤ ਤੋਂ ਬਿਨਾਂ ਇਹ ਪੰਜੇ ਦੁਖੀ ਹੋ ਰਹੇ ਹਨ। ਉਹ ਵਸਤ ਅਗੋਚਰ ਠਾਈ। ਉਹ ਭਾਈ ਵਸਤੂ ਜਿਹੜੀ ਹੈ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ। ਸਾਈ ਅੰਤःਕਰਨ ਦੇ ਅੰਦਰ ਹੀ ਇਹ ਚੇਤਨ ਆਧਾਰ ਰੂਪ ਅਧਿਸ਼ਠਾਨ ਸਰੂਪ ਹੈ ਸਾਰਿਆਂ ਦੇ ਅੰਦਰੋਂ ਠਹਿਰਾਈ ਹੋਈ ਟਿਕਾਈ ਹੋਈ ਅੰਤःਕਰਨ ਦੇ ਅੰਦਰ ਹੈ, ਅਤੇ ਹੈ ਅਗੋਚਰ ਇਹਨਾਂ ਇੰਦਰੀਆਂ ਦੇ ਮਨ ਆਦਿਕਾਂ ਦੇ ਵੀ ਇਹ ਵਿਸ਼ੇ ਹੈ। ਉਹ ਜਿਹੜੀ ਚੇਤਨ ਹੈ ਚੇਤਨਤਾ ਹੈ ਉਸ ਦੀ ਸੱਤਾ ਨਾਲ ਹੀ ਮਨ ਸੰਕਲਪ ਉਠਾਉਂਦਾ ਹੈ। ਉਹਦੀ ਸੱਤਾ ਨਾਲ ਇੰਦਰੀਏ ਸਾਰੇ ਪਦਾਰਥਾਂ ਨੂੰ ਆਪੋ ਆਪਣੇ ਵਿਸ਼ਿਆਂ ਨੂੰ ਗ੍ਰਹਿਣ ਕਰਦੇ ਹੈ, ਪਰ ਹੈ ਅਗੋਚਰੋ ਇੱਕ ਵਸਤੂ ਤੇ ਠਾਈ ਹੈ ਰੂਪੇ ਰੂਪੀ ਥਾਂ ਦੇ ਅੰਦਰ ਹੀ ਸਾਰਿਆਂ ਦੇ। ਪਰ ਉਸ ਤੋਂ ਬਗੈਰ ਸਾਰੇ ਸਾਲ ਸੰਗਤ ਜੀ ਠਿਠਿੰਬਰੇ ਪਏ ਹੈ। ਗਿਆਤ ਨਹੀਂ ਇਹਨਾਂ ਤੋਂ ਕਿਸੇ ਪ੍ਰਕਾਰ ਦੀ ਹੈ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ। ਜਿਸ ਪਰਮੇਸ਼ਰ ਨੇ ਸੰਸਾਰ ਰੂਪੀ ਘਰ ਬਣਾਇਆ ਹੈ, ਸਰੀਰ ਰੂਪੀ ਘਰ ਬਣਾਇਆ ਹੈ, ਉਸੇ ਪਰਮੇਸ਼ਰ ਨੇ ਇਹ ਸਾਧ ਸੰਗਤ ਜੀ ਆਸਾਂ ਦੇ ਸਾਰੇ ਤਖਤੇ ਹਨ, ਅਤੇ ਦੇਹ ਵਿਹਾਰ ਦਾ ਕੁੰਡਾ ਹੈ ਤੇ ਅਗਿਆਨ ਦਾ ਜਿੰਦਰਾ ਹੈ। ਇਸ ਪ੍ਰਕਾਰ ਜਿਸ ਨੇ ਘਰ ਸਰੀਰ ਬਣਾਇਆ ਉਹਨੇ ਅਗਿਆਨ ਰੂਪੀ ਜਿੰਦਰਾ ਲਾ ਦਿੱਤਾ ਹੈ। ਕੁੰਜੀ ਗੁਰ ਸੌ ਪਾਈ। ਅਤੇ ਕੁੰਜੀ ਗੁਰ ਸੌ ਪਾਈ, ਕੁੰਜੀ ਗੁਰੂ ਸਾਹਿਬ ਨੂੰ ਸੌਂਪੀ ਹੈ ਕਿ ਮਹਾਰਾਜ ਤੁਸੀਂ ਖੋਲ ਸਕਦੇ ਹੋ, ਹੋਰ ਨਹੀਂ ਕੋਈ ਖੋਲ ਸਕਦਾ। ਜੋਗਾ ਅਭਿਆਸੀ ਜਨ ਜਿਹੜੇ ਹਨ
ਇਹ ਜਿਹੜੇ ਹਨ ਇਹ ਵੀ 5 ਕੋਸਾਂ ਦਾ ਇੱਕ ਕੋਠਾ ਬਣਿਆ ਹੋਇਆ ਹੈ। ਇਹਦੇ ਵਿੱਚ ਜਿਹੜੀ ਮਟੀਲੀ ਜੀ ਉੱਤੋਂ ਬਣੀ ਹੋਈ ਹੈ 10ਵੇਂ ਦੁਆਰ ਦੀ, ਇਹ ਉੱਤੋਂ ਗੁੰਮਜ ਬਣਿਆ ਹੋਇਆ ਹੈ। ਇਹਦੇ ਅੰਦਰ ਯੋਗਾ ਅਭਿਆਸ ਜਨ ਜਾਣਦੇ ਆ ਕਿ ਯੋਗਾ ਅਭਿਆਸ ਜੁਗਤੀ ਦੁਆਰਾ ਕੁੰਜੀ ਦੁਆਰਾ ਇਹ ਜਿਹੜੇ ਚੱਕਰ ਹਨਗੇ ਇਹ ਚੱਕਰਾਂ ਰੂਪੀ ਜਿੰਦਰਾ ਲੱਗਾ ਹੋਇਆ ਹੈ। ਇਹਦੇ ਵਿੱਚ ਇਹ ਚੱਕਰਾਂ ਨੂੰ ਖੁੱਲਦੇ ਨਹੀਂ ਐਵੇਂ ਯੋਗਾ ਅਭਿਆਸ ਤੋਂ ਬਗੈਰ। ਇਸ ਪ੍ਰਕਾਰ ਜਿਹੜੀ ਯੋਗਾ ਅਭਿਆਸ ਦੀ ਜੁਗਤੀ ਹੈ ਕੁੰਜੀ ਹੈ, ਇਹ ਗੁਰਾਂ ਦੇ ਪਾਸ ਹੀ ਹੈ। ਇਸੇ ਪ੍ਰਕਾਰ ਸਰੀਰ ਤਾਂ ਛੱਤ ਹੈ ਤੇ ਮਨ ਕੋਠਾ ਬਣਿਆ ਵਿਚਾਰਲਾ। ਜਿਵੇਂ ਕੋਠੇ ਨੂੰ ਛੱਤ ਢਕੀ ਰੱਖਦੀ ਹੈ, ਇਵੇਂ ਸਰੀਰ ਨੇ ਇਸ ਮਨ ਨੂੰ ਅੰਦਰ ਹੀ ਢੱਕ ਛੱਡਿਆ ਹੈ। ਇਹਨੂੰ ਸੂਝ ਨਹੀਂ ਹੈ। ਜਿਵੇਂ ਆਪਣੇ ਹੀ ਕੋਠੇ ਨੂੰ ਹਨੇਰਾ ਹੀ ਵਿਸ਼ਾ ਕਰਦਾ ਤੇ ਹਨੇਰਾ ਹੀ ਉਸਦਾ ਜਿਹੜਾ ਕੋਠਾ ਉਹ ਉਹਦਾ ਕਾਰਨ ਹੁੰਦਾ ਹੈ, ਇਵੇਂ ਜਿਹੜਾ ਸਰੀਰ ਹੈ ਇਹੋ ਹੀ ਮਨ ਦੇ ਅੰਦਰ ਇਹ ਮਨ ਜਿਹੜਾ ਇਸ ਸਰੀਰ ਦਾ ਕਾਰਨ ਹੈ। ਮਨ ਤੇ ਉਪਜੇ ਮਨ ਮਾਏ ਸਮਾਏ ਅਤੇ ਇਸੇ ਨੂੰ ਇਹ ਆਪਣੇ ਆਪ ਨੂੰ ਢਕੀ ਬੈਠਾ। ਇਸ ਪ੍ਰਕਾਰ ਦੀ ਹਾਲਤ ਹੈ। ਜਾਂ 5 ਕੋਹ ਜਿਹੜੇ ਹਨ ਇਹ ਸਾਧ ਸੰਗਤ ਜੀ ਫਕੀਰ ਹਨਗੇ ਅਤੇ ਜਿਹੜੀਆਂ ਆਪਣੇ ਦੇਹ ਦੇ ਅੰਦਰ ਨਾੜੀਆਂ ਹਨਗੀਆਂ ਇਹ ਸਾਧ ਸੰਗਤ ਜੀ ਕੜੀਆਂ ਦੀ ਨਿਆਈ ਹਨਗੀਆਂ ਤੇ ਦੇਹ ਦੇ ਆਸੂਪੀ ਵੱਡੀ ਭਾਰੀ ਲਟੈਣ ਪਈ ਹੋਈ ਹੈ। ਇਸ ਪ੍ਰਕਾਰ ਤਨ ਦਾ ਅਭਿਆਸ ਹੈ ਜਿਹੜਾ ਇਹ ਛੱਤ ਪਈ ਹੋਈ ਹੈ। ਇਹ ਛੱਤ ਦੇ ਅੰਦਰ ਆਸਾਂ ਦੇ ਤਖਤੇ ਜਿਹੜੇ ਹੋਏ ਹੈ ਅਤੇ ਇਸ ਪ੍ਰਕਾਰ ਇਹਨਾਂ ਦੇ ਤਾਂ ਹੀ ਅਗਿਆਨ ਦਾ ਜਿੰਦਰਾ ਲੱਗਾ ਹੋਇਆ ਹੈ। ਗੁਰੂ ਸਾਹਿਬ ਦੇ ਪਾਸ ਕੁੰਜੀ ਬ੍ਰਹਮ ਵਿਦਿਆ ਦੀ ਹੈ, ਪਰਮੇਸ਼ਰ ਸੰਤਨਾ ਕੀਤੀ ਹੈ। ਅਨਕ ਉਪਾਲ ਕਰੀ ਨਹੀਂ ਪਾਵੈ, ਯਤਨ ਕਰ ਲਵੇ ਪੁਰਖ ਨਹੀਂ ਕਿਸੇ ਪ੍ਰਕਾਰ ਪਾ ਸਕਦਾ। ਬਿਨ ਸਤਿਗੁਰ ਸ਼ਰਨ ਆਈ, ਸਤਿਗੁਰੂ ਸਾਹਿਬ ਦੀ ਸ਼ਰਨ ਕਈ ਤੋਂ ਬਗੈਰ ਮਨ ਕੋਠਾ ਤਨ ਛੱਤ ਨਾਨਕ ਗੁਰਬੰਦ ਤਾਗ ਨ ਉਗੜੈ। ਗੁਰ ਕੁੰਜੀ ਪਾਹੂ ਨਿਵਲ ਅਗਰ ਨ ਕੁੰਜੀ ਹੱਥ ਨਾਨਕ ਗੁਰ ਕਾ ਮਨ ਕਾ ਤਾਗ ਨ ਉਗੜੇ ਅਗਰ ਨ ਕੁੰਜੀ ਹੱਥ। ਗੁਰੂ ਸਾਹਿਬ ਤੋਂ ਬਗੈਰ ਹੋਰ ਕੋਈ ਖੋਲ ਨਹੀਂ ਸਕਦਾ ਇਸ ਨੂੰ। ਹਾਂਜੀ ਅਨਕ ਉਪਾਲ ਕਰੀ ਨਹੀਂ ਪਾਵੈ, ਯਤਨ ਕਰ ਲੈ, ਯੋਗਾ ਅਭਿਆਸ ਕਰ ਲਵੇ, ਸਾਧਨ ਕਰ ਲਵੇ ਅਤੇ ਵਿਰਾਗ ਵਿਵੇਕਾਦਿਕ ਸਾਧਨ ਸਿੱਖ ਲਵੇ ਤੇ ਕਿਸੇ ਪ੍ਰਕਾਰ ਪਾ ਨਹੀਂ ਸਕਦਾ ਆਤਮ ਰੂਪੀ ਵਸਤੂ ਨੂੰ ਅੰਦਰੋਂ। ਬਿਨ ਸਤਿਗੁਰ ਸ਼ਰਨ ਆਈ, ਸਤਿਗੁਰੂ ਸਾਹਿਬ ਦੀ ਸ਼ਰਨ ਤੋਂ ਬਗੈਰ ਇਹ ਭਰਮ ਰੂਪੀ ਜਿੰਦਾ ਲੱਗਾ ਹੋਇਆ। ਦੇਹ ਅਭਿਆਸ ਦੇ ਤਖਤੇ ਅੜੇ ਹੋਏ ਹਨ। ਸੋ ਇਸ ਪ੍ਰਕਾਰ ਸਤਿਗੁਰੂ ਦੀ ਕਿਰਪਾ ਤੋਂ ਬਗੈਰ ਪ੍ਰਾਪਤ ਨਹੀਂ ਹੋ ਸਕਦਾ। ਜਿਨ ਕੇ ਬੰਧਨ ਕਾਟੇ ਸਤਿਗੁਰ, ਜਿਹਨਾਂ ਦੇ ਬੰਧਨ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਭਾਈ ਕਿਰਪਾ ਕਰਕੇ ਕੱਟ ਦਿੱਤੇ, ਮੇਟ ਦਿੱਤੇ ਹਨ। ਤਿੰਨ ਸਾਧ ਸੰਗਤ ਲਿਵ ਲਾਈ, ਉਹਨਾਂ ਨੂੰ ਸੰਗਤ ਦੇ ਮਿਲ ਕਰਕੇ ਪਰਮੇਸ਼ਰ ਤੇ ਲਿਵ ਲਾਉਣਾ ਕੀਤੀ ਹੈ, ਦੁੱਤੀ ਜੋੜਨਾ ਕੀਤੀ ਹੈ। ਪੰਜ ਜਨਾ ਮਿਲ ਮੰਗਲ ਗਾਇਆ, ਉਹਨਾਂ ਦੇ 5 ਜਨ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ ਦਿਸ਼ਾ ਚ ਦੌੜਨ ਵਾਲੇ ਇੰਦਰੀ ਸੀ, ਅੱਖਾਂ ਨਾਲ ਦਰਸ਼ਨ ਕਰਨ ਲੱਗ ਗਏ, ਕੰਨਾਂ ਨਾਲ ਸੁਣਨ ਲੱਗ ਗਏ, ਰਸਨਾ ਨਾਲ ਗੁਣ ਗਾਉਣ ਲੱਗ ਗਏ, ਪੈਰਾਂ ਨਾਲ ਸੰਗਤ ਚੱਲਣ ਲੱਗ ਗਏ। ਇਉਂ 5 ਗਿਆਨ ਇੰਦਰੀਆਂ ਜਨਾਂ ਨੂੰ ਮਿਲ ਕਰਕੇ ਮੰਗਲਾਚਾਰ ਨੂੰ ਗਾਉਣਾ ਕੀਤਾ। 5 ਜੋ ਕੌਣ ਸੰਤ ਮੁਖੀ ਜਿਨ੍ਹਾਂ ਨੂੰ 5 ਕਾਮ ਕਰੋ ਜਿੱਤੇ ਹੋਏ ਹੈ, 5 ਵਿਸ਼ੇ ਰੋਕੇ ਹੋਏ ਹੈ, ਉਹਨਾਂ 5 ਮੁਖੀ ਜਨਾਂ ਸੰਤਾਂ ਨਾਲ ਮਿਲ ਕਰਕੇ ਜਦੋਂ ਮੰਗਲ ਨੂੰ ਗਾਉਣਾ ਕੀਤਾ। 5 ਜਿਨ੍ਹਾਂ ਦੇ ਇੱਕ ਭਾਵਨਾ ਮੰਨਣਾ, ਇੱਕ ਸਰਵਣ ਤੇ ਇੱਕ ਮੰਨਣ ਤੇ ਨਿਧਿਆਸਨ, ਇੱਕ ਭਗਤੀ ਕਰਨੀ, ਇਹ 5 ਜਿਨ੍ਹਾਂ ਸੰਤਾਂ ਦੇ ਵਿੱਚ ਪ੍ਰਧਾਨ ਗੁਣ ਹਨ। ਉਹਨਾਂ ਨਾਲ ਮਿਲ ਕਰਕੇ ਮੰਗਲ ਪਰਮੇਸ਼ਰ ਦੇ ਜਸ ਨੂੰ ਗਾਉਣਾ ਕੀਤਾ। ਹਰ ਨਾਨਕ ਭੇਦ ਨਾ ਭਾਈ, ਸਤਿਗੁਰੂ ਜੀ ਕਹਿੰਦੇ ਕਿ ਹਰੀ ਦਾ ਤੇ ਉਸ ਪਰਤਕ ਚੇਤਨ ਦਾ ਕੋਈ ਫਰਕ ਨਹੀਂ, ਕੋਈ ਵਿਰੂਪ ਹੋ ਜਾਂਦੇ ਹਨ ਉਲਟ ਕਰਕੇ, ਫਰਕ ਨਹੀਂ ਰਹਿੰਦਾ ਹੈ। ਸਾਖੀ ਚੇਤਾ ਕੇਵਲ ਨਿਰਗੁਣਾਸਚ, ਇੱਕੋ ਹੀ ਜੋਤ ਸਰੂਪ ਹੈ। ਇਸ ਪ੍ਰਕਾਰ ਫਰਕ ਨਹੀਂ ਕੋਈ ਰਹਿੰਦਾ ਭਾਈ, ਕੋਈ ਰੂਪ ਹੋ ਜਾਂਦੇ ਹਨ। ਜਿਨ ਜਾਤਾ ਸੋ ਤੁਸੀਂ ਜਿਹਾ ਅਤ ਨਿਰਮਾਇਲ ਸੀਸ ਦੇਹਾ। ਜਦੋਂ 5 ਗਿਆਨ ਇੰਦਰੀਆਂ ਨਾਲ ਮਿਲ ਕਰਕੇ ਸੰਤ ਜਨਾਂ ਨਾਲ ਮਿਲ ਕੇ 5 ਜੋ ਸ੍ਰੇਸ਼ਟ ਜਨਾਂ ਨਾਲ ਸੰਤਾਂ ਨਾਲ ਮਿਲ ਕੇ ਮੰਗਲ ਨੂੰ ਗਾਉਣਾ ਕੀਤਾ
हरि जो भेदता होगी, कोई फर्क नहीं रहा। इस प्रकार है भाई एकता हो गई। मेरे राम राय इन विद मिलै गुसाई। ये मेरे राम राज दे प्यारे भाई भाई प्राणा जी, इस प्रकार पृथ्वी का मालिक परमेश्वर मिलता है। सहज भया भ्रम खिन मह नाठा। उन्होंने सहज ना औंकड़ दे नाल ज्ञान का वाचक है। स्वरूप का वाचक भी कई थाई हुंदा है, सुभाव का नाम भी कई थाई हुंदा है। कह कबीर अंको सहज न जाई, उथे भी औंकड़ नाल सुभाव का नाम, उथे इथे सहज का नाम ज्ञान का नाम है। सहज भया भ्रम खिन मह नाठा। सहज ज्ञान प्राप्त हो गया, भरम में क्षण में ही नस गया, नठ गया। मिल ज्योति जोत समाई। ज्योति रूप जो परतक जोत थी, वो ज्योति अद्वैत आनंद दे गुरुओं के उपदेश नाल मिल करके भेद हो गई। रहाउ दूजा दूजे रहाउ चित्र दिता है। गौड़ी महला पंजवा ऐसो परचो पायो। ये सतगुरु जी आप कृपा कर दसो, ये गुरु रामदास जी के पासों आपने किहा जा आनंद प्राप्त किया, तो श्री गुरु अर्जन देव जी आप द्वारा दसदे हैं। ऐसो परचो पायो। गुरु सिख भाई प्राणा जी ऐसो परचो पायो। यह जा गुरु साहब ने सानू प्रेम का परचावा पाता, ब्रह्म ज्ञान के आनंद विच लीन कर दिता है। करी कृपा दयाल बीठल। जो दया का घर परमेश्वर है, बीठल उत्पत्ति पालना लहता करने वाला स्वामी, उस दयालता की है। सतगुर मुझे बतायो। उन्होंने रूप जो सतगुरु रामदास गुरु नानक साहब है, उन्होंने सानू ये बतायो दस दिता है। रहाऊ जत जत देखो तत तत तुम ही। असीं महाराज जिथे भी इस लोक विच, परलोक विच, स्वर्ग विच, मातलोक विच, पताल विच, ब्रह्मलोक विच, विष्णु लोक विच, जिथे जिथे वेखदे हैं तत तत तिथे तिथे शिवलोक च, ब्रह्मलोक च, विष्णुपुरी च सारे तुसी हो। मोहे एहो विश्वास होए आयो। ये सानू सच्चे पातशाह विश्वास भरोसा होया है कि आप तो बिना होर कोई नहीं है। कह पह करो अरदास बेनती। हुण महाराज किहदे अगे जाके कुछ जियां दे पास अपनी अरदास करने वास्ते बेनती करिए कि महाराज मैनू ये दुख है, मैनू ये सुख की प्राप्ति की इच्छा है। अरदास का अखर लैके दसां पातशाह जिवें करी दी है, बेनती जिहड़े अखर मगरों कहने भी रह राह की अरदास है, जां इह फलाने की कामना की अरदास है, जां आसा जी की वार के कीर्तन की अरदास है, वो बेनती हुंदी विच अखर। अरदास हुंदी गुरु साहब का नाम लैके खड़ के अरदास करनी। कह पह करो अरदास बेनती। महाराज किहदे अगे असीं अरदास काम क्रोध आदि के दुश्मन है, उन्होंने दास करने वास्ते बेनती किहदे अगे करिए। जो सुन तू है रग रायो। राजुआं दी कुल दे राजा परमेश्वर जदों आप सुन रहे हो, होर किहदे कोले बेनती करिए, तुसीं सारिआं दी सुन रहे हो। रग रायो शाह रग दा राजा साध संगत जी बाबे इत्थे हुंदे सनगे। तरनताਰਨ साहब विच बवेका सिंह जी ज्ञानी, उन्हां तो भाई कान सिंह जी पढ़े सन नाभे वाले। वो कहंदे सी रग नाम है, कहंदे सी रगां दा राजा परमेश्वर। पर ब्याह करन च रग नाम साध संगत जी इंद्रियां दा है, जिहड़ा सारियां इंद्रियां दा राव प्रकाश रूप है, वो परमेश्वर जदों सुनदा है। इसे प्रकार रागमां दी कोल रघु जिहड़ा राजा सी, उसदा राह रूप जो परमेश्वर है, वो जदों सुनदा है। इस प्रकार ये साध संगत जी अमृत रूप परमेश्वर दे पवित्र नाम जिहड़े रघुआं दी कुल दे विच रामचंद्र होने करके रघु राया नाम पिया है, अते रग शाह रग दा मालक होने करके विवेका सिंह जी ज्ञानी दे कसम अनुसार ते व्याकरण अनुसार रग नाम इंद्रियां आदकां दा। सारी इंद्रियां जो प्रकाश की चेतन है, जदों आप सुनदा है। लहू सहसा बंधन गुड़ तूरे। सतगुरु जी कहंदे संसार सारा प्रमाण परमेगा ते लह गया। सतगुरु साहब जी ने करता भुगता दे हौमे दे बंधन तोड़ दिते। ता सदा सहज सुख पायो। उदों दा सजे ही
ਸਦਾ ਸੁਖ ਦੇ ਤਾਂ ਹੀ ਪਾ ਲਿਆ ਜੋ ਕਦੇ ਨਾਸ ਨਾ ਹੋਵੇ। ਨਿਰਜਤਨ ਉਹ ਸੁਖ ਪ੍ਰਾਪਤ ਹੋ ਗਿਆ। ਅੱਗੇ ਵੇਖਣਗੇ ਸੁਣਨਗੇ ਸੁੰਘਣ ਧਾ ਕਰਕੇ ਪ੍ਰਾਪਤੀ ਦੀ ਇੱਛਾ ਬਣੀ ਰਹਿੰਦੀ ਹੈ। ਹੋਣਾ ਸਾ ਸੂਈ ਫੁਨ ਹੂਸੀ। ਜੋ ਕੁਝ ਪਰਮੇਸ਼ਰ ਵੱਲੋਂ ਹੋਣਾ ਸੀ ਉਹ ਪਿੱਛੇ ਹੁੰਦਾ ਸੀ, ਜੋ ਕੁਝ ਹੁਣ ਹੋਣਾ ਹੁੰਦਾ ਹੈ, ਜੋ ਅੱਗੇ ਨੂੰ ਹੋਣਾ ਹੋਵੇਗਾ। ਸੁਖ ਦੁਖ ਕਹਾਂ ਦਿਖਾਇਓ। ਇਹ ਸੁਖ ਤੇ ਦੁੱਖ ਕੀ ਚੀਜ਼ ਹੈ ਦੇਖਣ ਚ ਆਇਆ, ਦ੍ਰਿਸ਼ਟਾ ਰੂਪ ਹੈ ਸੁਖ ਤੇ ਦੁੱਖ ਦਾ। ਇਸ ਪ੍ਰਕਾਰ ਸੰਗ ਹੋ ਗਏ। ਖੰਡ ਬ੍ਰਹਮੰਡ ਕਾ ਏਕੋ ਥਾਣ। ਖੰਡ ਜੋ 9 ਖੰਡ ਹਨਗੇ, ਭਾਰਤ ਖੰਡ ਆਦਿਕ, ਤੇ ਖੰਡ ਸਰੀਰ ਜੋ ਟੁਕੜਾ ਹੈ ਦੇਹ ਦੇ ਅੰਦਰ, ਤੇ ਬ੍ਰਹਮੰਡ ਜੋ ਵੱਡਾ ਅੰਡਾ ਹੈ ਸੰਸਾਰ, ਜਿਹਦੇ ਚ 7 ਪਤਾਲ ਹਨ, 7 ਉਪਨੀਆਂ, 7 ਦੀਪ ਹਨ, ਤੇ 7 ਉਪਨੀਆਂ ਭੂਰ ਮਹਿਰ ਆਦਿਕ ਲੋਕ ਹਨ। ਇਹ ਇਕੀਆਂ ਪੁਰੀਆਂ ਵਾਲਾ ਇੱਕ ਬ੍ਰਹਮੰਡ ਹੈ, ਵੱਡਾ ਅੰਡਾ ਜਿਹੜਾ ਹੋਵੇ, ਆਂਡੇ ਦੀ ਸ਼ਕਲ ਦਾ ਜੋ ਸੰਸਾਰ ਹੈ। ਇਹ ਖੰਡਾਂ ਦਾ, ਦੇਹਾਂ ਦਾ, ਇੱਕ ਇੱਕ ਦਾ, ਨਵਾਂ ਖੰਡਾਂ ਦਾ ਤੇ ਬ੍ਰਹਮੰਡਾਂ ਦਾ ਇੱਕੋ ਹੀ ਠਾਣਾ ਸਥਾਨ ਹੈ। ਗੁਰ ਪਰਦਾ ਖੋਲ ਦਿਖਾਇਓ। ਗੁਰੂ ਮਹਾਰਾਜ ਸਾਹਿਬ ਜੀ ਨੇ ਪਰਦਾ ਖੋਲ ਕਰਕੇ ਹਉਮੈ ਦਾ ਪ੍ਰਗਟ ਕਰਕੇ ਆਤਮ ਸਰੂਪ ਹੀ ਸਾਰਿਆਂ ਦਾ ਸਾਖੀ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਆਪੇ ਆਪ ਅਣਖ ਭਾਂਤ ਪਸਰਿਆ ਨਾਨਕ ਏਕੰਕਾਰ। ਇਹ ਸਤਿਗੁਰੂ ਜੀ ਨੇ ਪਰਦਾ ਖੋਲ ਕਰਕੇ ਕਿਰਪਾ ਕਰਕੇ ਦਿਖਾਤਾ, ਭਰਮ ਦਾ ਪਰਦਾ ਖੋਲ ਦਿੱਤਾ ਹੈ। ਨੌ ਨਿਧ ਨਾਮ ਨਿਧਾਨ ਇੱਕ ਠਾਈ। ਨਵੇਂ ਨਿਧੀਆਂ ਤੋਂ ਦੇਣ ਵਾਲਾ ਅਸਨ ਬਸਨ ਪੂਕਨ ਪੁੰਦਾਸੀ ਚੌਪ ਗੁਲਾਮ ਰਸਵਾਹੇ ਹਣਵਾਹੇ ਜਾਨੀਏ। ਜਿਉ ਨੌ ਨਿਧ ਕੇ ਨਾਮ ਜਾਂ ਪਦਮ ਮਹਾਪਦਮ ਆਦਿਕ ਨੌ ਨਿਧੀਆਂ ਦਾ ਦਾਤਾ ਜੋ ਨਾਮ ਦਾ ਖਜ਼ਾਨਾ ਹੈ, ਇੱਕ ਰਿਵੇ ਰੂਪੀ ਥਾਂ ਚ ਮਹਾਰਾਜ ਸਾਹਿਬ ਜੀ ਰੱਖ ਦਿੱਤਾ ਹੈ, ਜਾਂ ਸਾਧ ਸੰਗਤ ਰੂਪੀ ਇੱਕ ਥਾਂ ਵਿੱਚ ਰੱਖਿਆ ਹੋਇਆ ਹੈ। ਅਤੇ ਨੌ ਨਿਧ ਨਵਾਂ ਗੋਲਕਾਂ ਦੇ ਆਧਾਰ ਰੂਪ ਜੋ ਹੈ ਪਰਮੇਸ਼ਰ, ਉਹਦਾ ਨਾਮ ਦਾ ਖਜ਼ਾਨਾ ਇੱਕ ਅੰਤਾਕੰਦ ਵਿੱਚ ਠਾਈ ਨਾਲ ਠਹਿਰ ਗਿਆ, ਸਥਿਤ ਹੋ ਗਿਆ ਹੈ, ਇਕੱਠਾ ਹੀ ਪ੍ਰਾਪਤ ਹੋ ਗਿਆ ਹੈ। ਤੋ ਬਾਹਰ ਕੈਠੈ ਜਾਇਓ। ਹੁਣ ਬਾਹਰ ਕਿਹੜੇ ਥਾਂ ਜਾਣਾ ਹੈ, ਕਿੱਥੇ ਕਿਸ ਜਗ੍ਹਾ 'ਚ ਜਾਣਾ ਹੈ, ਨਹੀਂ ਜਾਣ ਦੀ ਲੋੜ ਰਹੀ। ਏਕੈ ਕਨਕ ਅਨਕ ਭਾਂਤ ਸਾਜੀ। ਇਹ ਤਾਂ ਇਸ ਪ੍ਰਕਾਰ ਹੈ ਭਾਈ, ਜਿਵੇਂ ਇੱਕੋ ਹੀ ਸੋਨਾ ਹੋਵੇ, ਉਹਦੇ ਕਿਸੇ ਹੱਥਾਂ ਦੇ ਗਹਿਣੇ ਬਣ ਜਾਣ, ਪੈਰਾਂ ਦੇ ਗਹਿਣੇ ਬਣ ਜਾਣ, ਸਿਰ ਦੇ ਗਹਿਣੇ ਬਣ ਜਾਣ, ਨੱਕ ਦੇ ਕੰਨਾਂ ਦੇ ਗਹਿਣੇ ਬਣ ਜਾਣ। ਇੱਕੋ ਸੋਨੇ ਦੇ ਅਨੇਕ ਤਰ੍ਹਾਂ ਕਰਕੇ ਗਹਿਣੇ ਜਿਵੇਂ ਸਜਾਏ ਜਾਂਦੇ ਹਨ। ਬਹੁ ਪ੍ਰਕਾਰ ਰਚਾਏ। ਬਹੁਤ ਪ੍ਰਕਾਰ ਦੇ ਸੋਨੇ ਦੇ ਗਹਿਣਿਆਂ ਨੂੰ, ਨੱਥ ਹੋਰ ਤਰ੍ਹਾਂ ਦੀ, ਮਛਲੀ ਹੋਰ ਤਰ੍ਹਾਂ ਦੀ, ਫੁੱਲ ਹੋਰ ਤਰ੍ਹਾਂ ਦੇ, ਜੇ ਪੰਜੇਬਾਂ ਹੋਰ ਤਰ੍ਹਾਂ ਦੀਆਂ, ਇਉਂ ਬਹੁਤ ਤਰ੍ਹਾਂ ਦੇ ਰਚਾਏ ਜਾਂਦੇ ਹਨਗੇ। ਅੰਗੂਠੀਆਂ ਛਾਪਾਂ ਵੱਖੋ ਵੱਖਰੀਆਂ ਹੁੰਦੀਆਂ ਜਿਵੇਂ। ਇਸੇ ਪ੍ਰਕਾਰ ਕੋਈ ਚੇਤਨ ਸੋਨੇ ਦੀ ਨਹੀਂ ਆਈ ਹੈ। ਉਹਨੂੰ ਬਹੁਤ ਭਾਂਤ ਕਰਕੇ ਇਹ ਰਚਨਾ, ਸੰਸਾਰ ਦੀ ਰਚਨਾ ਕੀਤੀ, 25 ਪ੍ਰਕਿਰਤੀਆਂ ਕਰਕੇ ਬਹੁਤ ਪ੍ਰਕਾਰ ਰਚਾਉਣੀ ਕੀਤੀ ਰਚਨਾ। ਕੋਈ ਕਿਸੇ ਪ੍ਰਕਾਰ ਦੇ ਭੇਦ ਕਰਕੇ, ਸਤੋ ਗੁਣ ਕਰਕੇ ਕਈ ਲੋਕ ਸਾਧਕ ਪੁਰਖ ਦੇਵਤਾ ਹੋ ਗਏ ਹਨ, ਅਤੇ ਕਈ ਰਜੋ ਗੁਣ ਦੇ ਪ੍ਰਤਾਪ ਕਰਕੇ ਗੰਧਰਵ ਆਦਿਕ ਜਛ ਆਦਿਕ ਬਣ ਗਏ ਹਨ। ਕਈ ਤਾਮਸੀ ਸੁਭਾਅ ਕਰਕੇ ਦੈਂਤ ਬਣ ਗਏ ਹਨ। ਇਸੇ ਪ੍ਰਕਾਰ ਸਾਰਿਆਂ 'ਚ 3 ਗੁਣ ਵਰਦੇ ਹਨ। ਕਈ ਸਤੋ ਗੁਣੀ ਪੁਰਖ ਹਨਗੇ, ਕਈ ਰਜੋ ਗੁਣੀ ਪੁਰਖ ਹਨਗੇ, ਕਈ ਤਮੋ ਗੁਣੀ ਪੁਰਖ ਹਨਗੇ। ਇਉਂ ਬਹੁਤ ਪ੍ਰਕਾਰ ਦੀ ਰਚਨਾ ਨੂੰ ਰਚਾਉਣਾ ਕੀਤਾ। 3 ਗੁਣਾਂ ਦੇ ਭੇਦ ਕਰਕੇ ਸੱਚੇ ਪਾਤਸ਼ਾਹ ਜੀ ਨੇ 4 ਖਾਣੀਆਂ ਦੇ ਭੇਦ ਕਰਕੇ ਇਉਂ ਬਹੁਤ ਪ੍ਰਕਾਰ ਦਾ ਸੰਸਾਰ ਗਹਿਣਿਆਂ ਦੀ ਨੇ ਰਚਾਉਣਾ ਕੀਤਾ ਹੈ। ਅਨਕ ਭਾਂਦੇ ਪਸਰਿਆ ਨਾਨਕ ਏਕੰਕਾਰ। ਕਹੋ ਨਾਨਕ ਭਰਮ ਗੁਰ ਖੂਈ ਹੈ। ਜਦੋਂ ਸਾਰਿਆਂ ਗਹਿਣਿਆਂ ਨੂੰ ਵੱਖੋ ਵੱਖਰੇ ਮੰਨਦਾ ਵੀ ਹੱਥ ਦਾ ਗਹਿਣਾ ਹੈ, ਪੈਰਾਂ ਦਾ ਗਹਿਣਾ ਹੈ, ਇਹ ਸਿਰ ਦੇ ਫੁੱਲ ਹੈ, ਨੱਕ ਦਾ ਗਹਿਣਾ ਹੈ, ਤੇ ਜਿਸ ਵੇਲੇ ਵੱਖੋ ਵੱਖਰੇ ਮੰਨੀ ਰੱਖਦਾ ਗਹਿਣਿਆਂ ਨੂੰ, ਪਰ ਜਦੋਂ ਕੁਠਾਲੀ 'ਚ ਪਾ ਕੇ ਸਰਾਖ ਢਾਲ ਦੇਵੇ ਫਿਰ ਸਾਰਿਆਂ ਨੂੰ ਸੋਨਾ ਹੀ ਕਹਿਣਾ ਪੈਂਦਾ ਹੈ। ਇਸੇ ਪ੍ਰਕਾਰ ਬਹੁਤ ਪ੍ਰਕਾਰ ਦੀ ਰਚਨਾ ਨੂੰ ਮਹਾਰਾਜ ਰਚਾਇਆ ਹੈ। ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰੇਮ ਦੀ ਕੁਠਾਲੀ 'ਚ ਪਾ ਕੇ ਤਪਦੀ ਅਗਨੀ ਦੇ ਨਾਲ ਇਸ ਨੂੰ ਢਾਲ ਦਿੱਤਾ, ਉਦੋਂ ਭੂਖਣਾਕਾਰ ਬਿੱਤੀ ਹਟ ਗਈ। ਸਾਰਿਆਂ ਚੇਤਨ ਬ੍ਰਹਮੀ ਦਿਸਿਆ ਆ।
ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ, ਕਹੋ ਨਾਨਕ ਭਰਮ ਗੁਰ ਖੋਈ ਗੁਰੂ ਸਾਹਿਬ ਜੀ ਨੇ ਭਰਮ ਖੋ ਦਿੱਤਾ, ਮੇਲ ਦਿੱਤਾ ਹੈ। ਸ਼ਿਵ ਤਤੈ ਤਤ ਮਿਲਾਇ। ਇਸ ਪ੍ਰਕਾਰ ਤਤ ਸਰੂਪ ਦੇ ਵਿੱਚ ਤਤ ਮਿਲ ਗਏ। ਤੁਮ ਪਦ ਦਾ ਲੱਖਰ ਜੋ ਤਤ ਸੀ ਅਤੇ ਤਤ ਪਦ ਦਾ ਲੱਖਰ ਜੋ ਈਸ਼ਵਰ ਦਾ ਲੱਖਰ ਸਰੂਪ ਸੀ। ਜਿਵੇਂ ਜਲ ਚ ਤੱਤਾਂ ਤਦ ਪਾਣੀ ਚ ਪਾਣੀ ਮਿਲ ਜਾਂਦਾ ਹੈ, ਅਗਨੀ ਚ ਅਗਨੀ ਮਿਲ ਜਾਂਦੀ ਹੈ, ਜਿਵੇਂ ਹਵਾ ਚ ਹਵਾ ਮਿਲ ਜਾਂਦੀ ਹੈ, ਆਕਾਸ਼ ਚ ਆਕਾਸ਼ ਮਿਲ ਜਾਂਦਾ ਹੈ, ਧੂੜ ਚ ਧੂੜ ਮਿਲ ਜਾਂਦੀ ਹੈ। ਐਉਂ ਚੇਤਨ ਚੇਤਨ ਮਿਲ ਗਿਆ ਜੋ ਤਤ ਸਰੂਪ ਵਾਸਤਵ ਸਰੂਪ ਸੀ, ਉਹਦੇ ਚ ਮਿਲਾਤਾ ਪਰਤਕ ਚੇਤਨ ਨੂੰ ਅਦਵੈਤ ਵਿੱਚ ਭੇਦ ਕਰ ਦਿੱਤਾ। ਗੌੜੀ ਮਹੱਲਾ ਪੰਜਵਾ। ਔਦ ਘਟੈ ਦਿਨ ਸਰੈ ਨਾਰੇ। ਸਤਿਗੁਰੂ ਸੋਲੇ ਦੇ ਅੰਦਰ ਸ਼ਬਦ ਉਚਾਰਨ ਕੀਤਾ, ਜਿਹੜਾ ਉਹ ਸ਼ਬਦ ਦਾ ਨਿਯਮ ਸੀ ਨਾ, ਗੌੜੀ ਪੂਰਵੀ ਮਹੱਲਾ ਪੰਜਵਾਂ। ਇੱਥੇ ਮਹਾਰਾਜ ਸਾਹਿਬ ਜੀ ਉਸ ਸ਼ਬਦ ਨੂੰ ਦੁਬਾਰਾ ਗੌੜੀ ਦਾ ਨਿਯਮ ਕਰਕੇ ਇੱਥੇ ਸ਼ਬਦ ਲਿਖਦੇ ਆ ਦੁਬਾਰਾ। ਪਹਿਲਾਂ ਗੌੜੀ ਰਾਗ ਦਾ ਨਿਯਮ ਕਰਿਆ ਇਹ ਕਰਕੇ ਗੁਰੂ ਮਹਾਰਾਜ ਸਾਹਿਬ ਉਪਦੇਸ਼ ਸਾਰਿਆਂ ਨੂੰ ਖੇਤੋਂ ਵਈ ਦਿੰਦੇ ਹੈ। ਰਹਿ ਰਾਸ ਦਾ ਪਾਠ ਸ਼ਾਮ ਨੂੰ ਸੌਣ ਵੇਲੇ ਕਰਨ ਦੀ ਆਗਿਆ ਹੈ ਬੈਠ ਕੇ। ਗੁਰੂ ਮਹਾਰਾਜ ਸਾਹਿਬ ਉਸ ਵਕਤ ਹੱਥ। ਗੌੜੀ ਮਹੱਲਾ ਪੰਜਵਾ। ਔਦ ਘਟੈ ਦਿਨ ਸਰੈ ਨਾਰੇ। ਸਤਿਗੁਰੂ ਸਾਹਿਬ ਫਰਮਾਉਂਦੇ ਨੇ, ਔਦ ਘਟੈ ਦਿਨ ਸਰੈ ਨਾਰੇ। ਇਹ ਭਾਈ ਕਰਨਾ ਕੂਚ ਰਹਿਣ ਫਿਰ ਨਾਹੀ। ਇਹ ਉਮਰ ਘਟਦੀ ਜਾ ਰਹੀ ਹੈ ਰਾਤ ਦਿਨੇ। ਮਨ ਗੁਰਮਿਲ ਕਾਜ ਸਵਾਰੇ। ਗੱਲਾਂ ਨਾਲ ਅੱਖਾਂ ਪਹਿਲੇ ਰੂਪੀ ਗਜਾਂ ਨਾਲ ਮਿਲਦੀ ਜਾ ਰਹੀ ਹੈ ਤੇਰੀ ਉਮਰ। ਇਸ ਮਨ ਨੂੰ ਸਿੱਖਿਆ ਦਿਓ। ਮਨ ਗੁਰਮਿਲ ਕਾਜ ਸਵਾਰੇ। ਪਿਆਰੇ ਮਨੋ ਸਤਿਗੁਰਾਂ ਦੇ ਨਾਲ ਮਿਲ ਕਰਕੇ ਆਪਣੇ ਪਰਮਾਰਥ ਦੇ ਕਾਰਜ ਨੂੰ ਸਵਾਰ ਲੈ, ਲੋਕ ਪਰਲੋਕ ਦੇ ਕਾਰਜ ਨੂੰ ਸਵਾਰ ਲੈ। ਰਹਾਉ ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਅਤੇ ਮਹਾਰਾਜ ਅੱਗੇ ਹੁਣ ਬੇਨਤੀ ਕਰੀਏ, ਹੇ ਮਹਾਰਾਜ, ਹੇ ਭਾਈ, ਇਸ ਪ੍ਰਕਾਰ ਬੇਨਤੀ ਕਰੀਏ ਸਾਰਿਆਂ ਅੱਗੇ। ਹੇ ਪਿਆਰਿਓ, ਅਸੀਂ ਬੇਨਤੀ ਕਰਦੇ ਹਾਂ। ਹੇ ਮੇਰੇ ਮਿੱਤਰ ਜਨੋ ਸੁਣੋ ਆਪ। ਸੰਤ ਟਹਿਲ ਕੀ ਬੇਲਾ। ਬੇਨਤੀ ਕੀ ਹੈ ਭਾਈ? ਸਾਧ ਸੰਗਤ ਦੀ ਟਹਿਲ ਕਰਨ ਦਾ ਵਕਤ ਹੈ ਤੁਹਾਨੂੰ ਮਿਲਿਆ ਹੋਇਆ। ਇਹਾਂ ਖਾੜ ਚਲਹੁ ਹਰ ਲਾ। ਇਸੇ ਪ੍ਰਕਾਰ ਫਿਰ ਪੜੋ ਹੋ ਤੋ ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਮੁੱਖ ਕਰਕੇ ਤਾਂ ਬੇਨਤੀਆਂ ਕਰਦੇ ਰਹੇ ਭਰਾਵੋ, ਹਰ ਵਕਤ ਮੁੱਖੋਂ ਬੇਨਤੀਆਂ ਕਰੋ ਤੇ ਕੰਨਾਂ ਨਾਲ ਮਹਾਰਾਜ ਦਾ ਕੀਰਤਨ ਜਸ ਸੁਣੋ। ਹੇ ਮੇਰੇ ਮਿੱਤਰੋ, ਸੰਤ ਟਹਿਲ ਕੀ ਬੇਲਾ। ਸਾਧ ਸੰਗਤ ਦੀ ਹੱਥਾਂ ਤੇ ਪੈਰਾਂ ਨਾਲ ਤੁਰ ਕੇ ਹੱਥਾਂ ਨਾਲ ਟਹਿਲ ਕਰਨ ਦਾ ਵਕਤ ਹੈ। ਕੀ ਬੇਲਾ ਫਿਰ ਇਹੋ ਜਿਹਾ ਵੇਲਾ ਮਿਲੂਗਾ ਤੁਹਾਨੂੰ? ਕਦੇ ਨਹੀਂ ਮਿਲਣਾ। ਕੀ ਅਲਵੇਲਾ ਹੋਇਆ ਫਿਰਦਾ ਹੈ? ਕੀ ਇਹ ਬੇਲਾ ਜੰਗਲ ਦੇ ਵਿੱਚ ਉਜਾੜ ਤੁਰਿਆ ਫਿਰਦਾ ਹੈ? ਕੀ ਪਰਾਈਆਂ ਬੇਲਾਂ ਨੂੰ ਤੱਕਦਾ ਫਿਰਦਾ ਹੈ? ਇਹ ਫਿਰ ਕੀ ਬੇਲਾ ਤੁਰਿਆ ਫਿਰਦਾ ਹੈ? ਫਿਰ ਇਹ ਵੇਲਾ ਨਹੀਂ ਤੈਨੂੰ ਮਿਲੇਗਾ। ਇਹਾਂ ਖਾਟ ਚਲਹੁ ਹਰ ਲਾਹਾ। ਇਸ ਲੋਕ ਵਿੱਚ ਹਰੀ ਪਰਮੇਸ਼ਰ ਦੇ ਨਾਮ ਦਾ ਲਾਹਾ ਹੈ, ਇਹਨੂੰ ਖੱਟ ਕਰਕੇ ਚੱਲਣਾ ਕਰੋ। ਆਗੇ ਬਸਨ ਸੁਹੇਲਾ। ਇਸ ਕਰਕੇ ਅੱਗੇ ਦਰਗਾਹ ਦੇ ਵਿੱਚ ਤੁਹਾਡਾ ਸੁਹੇਲਾ ਸੁਖਾਲਾ ਬਸਣਾ ਹੋਵੇਗਾ, ਕੋਈ ਦੁੱਖ ਕਲੇਸ਼ ਨਹੀਂ ਹੋਵੇਗਾ। ਭੇਟਾ ਸੋ ਜਾਓ ਤਾਂ ਲਿਖੇ ਪਾਓ। ਇਸ ਪ੍ਰਕਾਰ ਆਗੇ ਬਸਨ ਸੁਹੇਲਾ। ਅੱਗੇ ਪ੍ਰਲੋਕ ਤੁਹਾਡਾ ਸੁਖਦਾਇਕ ਬਸਣਾ ਹੋਵੇਗਾ, ਸੁਖਾਲਾ। ਉਥੇ ਰੇਵੇ ਦਰਗੇ ਕਹਿ ਨ ਕੋ। ਆ ਬੈਠ ਆਦਰ ਸੁਭ ਦੇਉ। ਆ ਮਹਿਲੀ ਤੂੰ ਪਾਵੇਂ ਵਾਸਾ, ਜਨਮ ਮਰਨ ਹੋਏ ਬਨਾਸਾ। ਇਹੋ ਸੰਸਾਰ ਵਿਕਾਰ ਸਹਸੀ ਮਹਿ। ਇਹ ਜਿਹੜਾ ਸਾਰਾ ਸੰਸਾਰ ਹੈ ਮਹਾਰਾਜ ਦਾ ਕੀ ਰੂਪ ਹੈ? ਸੰਸਕ੍ਰਿਤ ਵਾਲਿਆਂ ਨੇ ਸੰਸਕ੍ਰਿਤੀ ਸੰਸਾਰਾ ਕਿਹਾ ਹੈ। ਜਿਹੜਾ ਸੰਸਕ੍ਰਿਤ ਨਾਮ ਪ੍ਰਣਾਮ ਭਾਵ ਨੂੰ ਪ੍ਰਾਪਤ ਹੁੰਦਾ ਜਾਵੇ, ਜਿਹੜਾ ਦਿਨ ਬ ਦਿਨ ਬਦਲਦਾ ਜਾਵੇ। ਜਿਵੇਂ ਜਿਵੇਂ ਪੇਖੋ ਤੈ ਨਹੀਂ ਪੇਖੋ, ਜਿੱਥੇ ਜਿੱਥੇ ਵੇਖਦੇ ਉਹ ਜਿਹਾ ਨਹੀਂ ਆਕਾਰ ਵੇਖੀ ਦੇ, ਉਹ ਤਬਦੀਲੀ ਹੋਈ ਸਭ ਵੇਖੀ ਦੀ ਹੈ। ਐਸਾ ਸੰਸਾਰ ਜਿਹੜਾ ਬਦਲ ਨੂੰ ਪ੍ਰਾਪਤ ਹੋ ਜਾਣ ਵਾਲਾ ਹੈ। ਆਪ ਜੀ ਸੰਸਾਰ ਦੇ ਲੱਖਣ ਹੋਰ ਕਰਦੇ ਹਨ। ਸੁਣੋ ਆਪ ਕੀ ਕਹਿੰਦੇ ਹਨ। ਇਹੋ ਸੰਸਾਰ ਵਿਕਾਰ ਸਹਸੀ ਮਹਿ। ਇਹਦਾ ਨਾਮ ਸੰਸਾਰ ਹੈ ਜਿਹਦੇ ਚ ਵਕਾਰ ਬਹੁਤੇ ਹੋਣ। ਕਾਮ ਕਰੋ ਲੋਭ ਮੋਹ ਹੰਕਾਰ ਵਕਾਰ ਹੈ ਜਿੱਥੇ, ਤੇ ਸੰਸ਼ੇ ਹੈ ਜਿੱਥੇ। ਸੰਸ਼ੇ ਪ੍ਰਮਾਣ ਪਰਮੇਸ਼ਰ ਸੰਸ਼ਿਆਂ ਦੇ ਤੇ ਵਕਾਰਾਂ ਵਿੱਚ ਜਿਹੜਾ ਪਿਆ ਹੈ ਉਹਦਾ ਨਾਮ ਸੰਸਾਰ ਹੈ। ਉਂਝ ਸੰਸਾਰ ਮਾਗਰ ਮੱਛ ਦਾ ਨਾਮ ਵੀ ਹੈ। ਇਹ ਜਿਹੜਾ ਸੰਸਾਰ ਹੈ
ਪ੍ਰਣਾਮ ਭਾਗਤ ਨੂੰ ਪ੍ਰਾਪਤ ਹੋਣ ਵਾਲਾ ਤੇ ਜਿਹਦੇ ਚ ਵਕਾਰ ਤੇ ਸੰਸੇ ਪਏ ਹਨ। ਕਰਿਓ ਬ੍ਰਹਮ ਗਿਆਨੀ। ਇਸ ਸਮੁੰਦਰ ਦੇ ਵਿੱਚੋਂ ਜਿਹੜਾ ਬ੍ਰਹਮ ਸਰੂਪ ਦਾ ਗਿਆਨੀ ਹੈ ਭਾਈ ਉਹ ਤਰਿਆ ਹੈ। ਬਾਕੀ ਸਾਰੇ ਵਿੱਚ ਹੀ ਗੋਤੇ ਲਾਉਂਦੇ ਹੈ। ਜੇ ਤੇ ਯਤਨ ਕਰਕੇ ਡੂਬੇ ਭਵ ਸਾਗਰ ਨਹੀਂ ਤਾਰੇ ਉਰੇ। ਬ੍ਰਹਮ ਵੇਤਾ ਹੀ ਤਰਿਆ ਹੈ ਇਸ ਸੰਸਾਰ ਤੋਂ, ਜਿਨ੍ਹਾਂ ਨੇ ਬ੍ਰਹਮ ਸਰੂਪ ਦਾ ਗਿਆਨ ਸਿੱਖਿਆ ਹੈ। ਬ੍ਰਹਮ ਗਿਆਨੀ ਬਣਨਾ ਸਾਧ ਸੰਗਤ ਜੀ ਬੜਾ ਮੁਸ਼ਕਿਲ ਹੈ। ਬੜੇ ਲੋਕ ਬ੍ਰਹਮ ਗਿਆਨੀ ਇਹੋ ਜਿਹੇ ਹੁੰਦੇ ਹੈ, ਜਿਨ੍ਹਾਂ ਨੂੰ ਪੁੱਛਿਆ ਜਾਵੇ ਕੋਈ ਮਹਾਤਮਾ ਸਨ ਸੰਤ, ਉਹ ਭਿਖਸ਼ਾ ਮੰਗਣ ਵਾਸਤੇ ਗਏ ਤੇ ਕਹਿਣ ਲੱਗੇ ਇਸ ਤਾਂ ਬ੍ਰਹਮ ਗਿਆਨੀ ਹੁੰਦੇ, ਅਸੀਂ ਨਹੀਂ ਕਰਮ ਕਰਦੇ। ਕਿਉਂਕਿ ਇੱਕ ਕਰਮ ਕੀਤਾ ਫਿਰ ਪੁੰਨਦਾਨ ਭੋਗਣਾ ਪੈਂਦਾ, ਲੈਣਾ ਪੈਂਦਾ। ਇਸ ਕਰਕੇ ਅਸੀਂ ਕਿਸੇ ਨੂੰ ਦਾਨ ਦਿੰਦੇ ਹੀ ਨਹੀਂ, ਇਸੇ ਗਿਆਨਵਾਨ ਹੈ। ਉਹ ਮਹਾਤਮਾ ਤੁਰਿਆ ਉੱਥੋਂ। ਰਾਜੇ ਦੇ ਸਰੀਰ ਨੂੰ ਉਹਦੇ ਨੂੰ ਰੋਗ ਹੋਇਆ ਸੀ, ਕੋਈ ਬਹੁਤ ਸਰੀਰ ਜਲਦਾ ਰਹਿੰਦਾ ਸੀ, ਸ਼ਾਂਤੀ ਨਹੀਂ ਸੀ ਆਉਂਦੀ। ਰਾਜੇ ਨੇ ਬੜੇ ਯਤਨ ਕੀਤੇ, ਕੋਈ ਯਤਨ ਨਾਲ ਹਟਿਆ ਨਾ ਉਹਦਾ ਰੋਗ। ਫਿਰ ਇਹਨਾਂ ਸੰਤਾਂ ਨੂੰ ਪੁੱਛਿਆ, ਮਹਾਰਾਜ ਮੇਰਾ ਸਰੀਰ ਦਾ ਰੋਗ ਹੈ ਜਿਹੜਾ, ਇਹ ਕਿਵੇਂ ਮਿਟ ਸਕਦਾ ਹੈ? ਮਹਾਂਪੁਰਖ ਕਹਿਣ ਲੱਗੇ, ਹੈ ਰਾਜਾ ਜੇ ਬ੍ਰਹਮ ਗਿਆਨੀ ਆਪਦੀ ਖੁਸ਼ੀ ਨਾਲ ਆਪਦਾ ਤੇਲ ਕਢਾ ਲਵੇ, ਉਹ ਤੂੰ ਮਲੇ ਤੇ ਫਿਰ ਤੇਰਾ ਰੋਗ ਮਿਟ ਸਕਦਾ। ਇਹ ਗੱਲ ਸੁਣ ਕਹਿੰਦਾ ਜੀ ਬ੍ਰਹਮ ਗਿਆਨੀ ਕਿੱਥੋਂ ਮਿਲੇ? ਸੰਤ ਕਹਿੰਦੇ ਫਲਾਨਾ ਤੇਰਾ ਇਲਾਕਾ ਸਾਰਾ ਬ੍ਰਹਮ ਗਿਆਨੀ ਆਉਂਦਾ, ਉਹ ਕੋਈ ਪੁੰਨਦਾਨ ਨਹੀਂ ਕਰਦੇ, ਕਹਿੰਦੇ ਅਸੀਂ ਬ੍ਰਹਮ ਗਿਆਨੀ ਹੈ, ਸਾਨੂੰ ਕਿਸੇ ਕੋਈ ਕੰਮ ਕਰਨ ਦੀ ਲੋੜ ਨਹੀਂ। ਸੁਣ ਕੇ ਰਾਜੇ ਨੂੰ ਭੇਜੇ, ਬੜੇ ਪਾਲਕੀਆਂ ਚੜ੍ਹ ਕੇ ਖੁਸ਼ ਹੋ ਕੇ ਆ ਗਏ। ਜਦੋਂ ਆ ਗਏ ਰਾਜਾ ਕਹਿੰਦੇ ਤੁਸੀਂ ਬ੍ਰਹਮ ਗਿਆਨੀ? ਹਾਂ ਜੀ ਅਸੀਂ ਬ੍ਰਹਮ ਗਿਆਨੀ ਹੈ। ਕਹਿਣ ਲੱਗਾ ਫਿਰ ਬ੍ਰਹਮ ਗਿਆਨੀ ਦੀ ਬਾਬਤ ਬੇਨਤੀ ਹੈ ਵੀ ਮੇਰੇ ਸਰੀਰ ਨੂੰ ਹੈ ਰੋਗ, ਇਹ ਸਰੀਰ ਦਾ ਰੋਗ ਮੇਰਾ ਤਾਂ ਜਾਇਜ਼ ਜੇ ਤੁਹਾਡਾ ਤੇਲ ਕੱਢ ਕੇ ਮੈਂ ਲਾਇਆ ਜਾਵਾਂ ਤਾਂ ਮੈਂ ਰਾਜੀ ਹੋ ਸਕਦਾ। ਕੋਈ ਐਸਾ ਬ੍ਰਹਮ ਗਿਆਨੀ ਜਿਹੜਾ ਖੁਸ਼ੀ ਨਾਲ ਆਪਦਾ ਤੇਲ ਕਢਾਵੇ, ਉਹਨੂੰ ਚ ਪਾਉਣਾ। ਸੁਣ ਕੇ ਸਾਰੇ ਮੁੱਕਰੇ, ਕਹਿੰਦੇ ਇਹੋ ਜਿਹੇ ਬ੍ਰਹਮ ਗਿਆਨੀ ਨਹੀਂ ਅਸੀਂ ਤਾਂ ਪੁੰਨਦਾਨ ਕਰਨ ਵਾਲੋਂ ਬ੍ਰਹਮ ਗਿਆਨੀ ਹੈ। ਸੁਣ ਕਰਕੇ ਫਿਰ ਉਹ ਰਾਜੇ ਨੂੰ ਪੁੱਛਿਆ, ਮਹਾਰਾਜ ਤਾਂ ਸਾਰੇ ਮੁੱਕਰ ਗਏ ਜੇ ਤੁਸੀਂ ਬ੍ਰਹਮ ਗਿਆਨੀ ਭਾਲੇ ਸੀ। ਫਿਰ ਸੰਤ ਕਹਿਣ ਲੱਗੇ ਇੱਕ ਮਹਾਤਮਾ ਹੋਰ ਹੈ, ਉਹਨਾਂ ਕੋਲੇ ਜਾ। ਰਾਜਾ ਉਹਨਾਂ ਦੇ ਪਾਸ ਬੇਨਤੀ ਕੀਤੀ, ਮਹਾਰਾਜ ਆਪ ਬ੍ਰਹਮ ਗਿਆਨੀ? ਕਹਿੰਦੇ ਨਹੀਂ ਵੀ ਬ੍ਰਹਮ ਗਿਆਨੀ ਤਾਂ ਹੈ ਨਹੀਂ, ਤੇਰਾ ਕੰਮ ਕੀ ਹੈ ਦੱਸ। ਕਹਿਣ ਲੱਗੇ ਜੀ ਕੰਮ ਇਹ ਹੈ ਸਾਡਾ ਜੇ ਤੇਲ ਕੱਢ ਕੇ ਮੇਰੇ ਸਰੀਰ ਤੇ ਮਰਿਆ ਜਾਵੇ ਮੈਂ ਰਾਜੀ ਹੋ ਸਕਦਾ। ਸੰਤ ਕਹਿੰਦੇ ਮੇਰਾ ਸਰੀਰ ਹਾਜ਼ਰ ਹੈ, ਮੈਂ ਬ੍ਰਹਮ ਗਿਆਨੀ ਤਾਂ ਹੈ ਨਹੀਂ ਅਜੇ, ਤੇ ਜੇ ਸਰੀਰ ਦੀ ਲੋੜ ਹੈ ਤੈਨੂੰ ਵਿਸ਼ਾ ਕਹਾਣੀ ਚ ਕੱਢ ਲੈ ਪੀੜ ਲੈ, ਪਰ ਉਹ ਤੂੰ ਰਾਜੀ ਨਿਗਾਹ ਨਾਲ ਹੀ ਹੋ ਸਕਦਾ। ਇਹ ਜਦੋਂ ਬਚਨ ਕੀਤੇ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਉਸੇ ਵੇਲੇ ਰਾਜੇ ਦੇ ਉੱਤੇ ਨਿਗਾਹ ਪਾ ਕੇ ਰਾਜੀ ਕਰਤਾ ਉਸਨੂੰ, ਉਹਦਾ ਰੋਗ ਚੱਕ ਦਿੱਤਾ। ਫਿਰ ਰਾਜਾ ਕਹਿਣ ਲੱਗਾ ਕਿ ਇਹ ਜਿਹੜੇ ਬ੍ਰਹਮ ਗਿਆਨੀ ਸੀ ਆ ਦੂਏ ਕਹਿੰਦੇ ਨਾ ਪਖੰਡੀ ਲੋਕ ਸੀ, ਪੁੰਨਦਾਨ ਕਰਨ ਵੱਲੋਂ ਬਣੇ ਬੈਠੇ ਸੀ, ਇਹਨਾਂ ਦੇ ਅੰਦਰ ਗਿਆਨ ਸਰੀਰ ਦਾ ਮੋਹ ਸੀ, ਕਿਸੇ ਨੇ ਸਰੀਰ ਕੁਰਬਾਨ ਨਹੀਂ ਕੀਤਾ, ਝੂਠੇ ਲੋਕ ਹੈ ਸਾਰੇ। ਇਸ ਪ੍ਰਕਾਰ ਸਾਧ ਸੰਗਤ ਜੀ ਬ੍ਰਹਮ ਗਿਆਨੀ ਦਾ ਬੜੀ ਦੁਨੀਆ ਬਣੀ ਫਿਰਦੀ ਹੈ। ਜੇ ਮੀਆਂ ਮਜਨੂ ਮਠਿਆਈ ਖਾਣ ਵਾਲੇ ਬਣੇ ਬੈਠੇ ਸੀ, ਪਰ ਆਪਣੇ ਪ੍ਰਾਣ ਦੇਣ ਵਾਲਾ ਕੋਈ ਹੁੰਦਾ ਹੈ, ਕਿਉਂ ਜਿਹਨੇ ਕੁਰਬਾਨ ਕੀਤਾ ਮੁਲਕ ਦੇ ਉੱਤੋਂ ਦੀ ਆਪਣਾ ਆਪ ਰੱਖਿਆ ਕਰਨ ਵਾਸਤੇ। ਇਹੋ ਜਿਹਾ ਬ੍ਰਹਮ ਗਿਆਨੀ ਇਹ ਸੰਸਾਰ ਸੁੰਦਰ ਕਰਿਆ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਵਾਰਿਆ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕੁਰਬਾਨੀ ਕੀਤੀ। ਕਰਿਓ ਬ੍ਰਹਮ ਗਿਆਨੀ। ਉਹ ਬ੍ਰਹਮ ਦਾ ਵੇਤਾ ਜਿਹੜਾ ਸੰਸਾਰਾਂ ਤੋਂ, ਵਕਾਰ ਤੋਂ, ਸੰਸਿਆ ਤੋਂ ਉਹ ਤਰਿਆ ਹੈ। ਜਿਸ ਹੈ ਜਗਾਏ ਪੀ ਆਏ ਹਰ ਰਸ। ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜਗਾ ਕੇ ਉੱਥੇ ਇਹ ਰਸ ਹੈ ਸੋਲੇ ਚ, ਇਹਨਾਂ ਭੇਦ ਰੱਖਿਆ ਦੁਆਰਾ ਸ਼ਬਦ ਲਿਖਣ ਚ। ਜਿਨ੍ਹਾਂ ਦੇ ਤਾਈ ਮਹਾਰਾਜ ਸਾਹਿਬ ਜੀ ਜਗਾ ਕਰਕੇ ਗਿਆਨ ਅਵਸਥਾ ਵਿੱਚ ਅਵਿਦਿਆ ਦੀ ਨੀਂਦ ਤੋਂ ਪਿਆ ਦੇਣ ਹਰੀ ਦਾ ਰਸ ਜੋ ਆਨੰਦ ਹੈ, ਇਹ ਰਸ ਉੱਥੇ ਕਿਹਾ ਸੀ ਨਹੀਂ। ਇਹ ਕਿਹੜਾ ਰਸ ਹੈ? ਹਰ ਰਸ ਹੈ। ਐਵੇਂ ਵਿਸ਼ੇ ਨੂੰ ਨਾ ਕੋਈ ਮਨ ਬੈਠੇ, ਸੋ ਹਰੀ ਦੇ ਰਸ ਨੂੰ ਜਿਹਨੂੰ ਪਿਆ ਦੇਵੇ ਕਿਰਪਾ ਕਰਕੇ। ਅਕਥ ਕਥਾ ਤਿਨ ਜਾਨੀ। ਇਹ ਕਹਿਣ ਤੋਂ ਰਹਿਤ ਕਥਾ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ ਵਾਲੀ। ਸੋ ਉਹਨਾਂ ਨੇ ਜਾਣੀ ਹੈ, ਨਿਹਾਲ ਹੋ ਗਏ। ਕਹੋ ਕਬੀਰ ਗੂੰਗੇ ਗੁਰ ਖਾਇਆ, पूछे थे क्या कहिए कसन कहन को सोझी नाही, जो पेखा तुस बने आवे, त्रैगुण रहत रहे नियारी, साधक सिद्ध न जाने। अमृत यह रतन कोहड़ी अमृत संपूर्ण सतगुर के खजाने। ਉਹ ਅਮੋਲਕ ਚੀਜ਼ ਆ, ਕਿਹਾ ਨਹੀਂ ਜਾ ਸਕਦੀ ਅਵਸਥਾ ਜਿਹੜੀ ਹੈ। ਕਹਿਣ ਤੋਂ ਰਹਿ ਜਿਹੜੀ ਕਥਾ ਹੈ
ਬ੍ਰਹਮ ਰੂਪ ਹੋ ਕੇ ਹੋਣ ਜੀ ਖੁਦਾ ਦੇ ਭੇਤ ਨਾਲ ਕਿਸੇ ਦੇਣ। ਇਹ ਕਥਾ ਉਹਨਾਂ ਨੇ ਜਾਣੀ ਹੈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪਰ ਤੱਕ ਗੁਰੂ ਨਿਸਤਾਰੇ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਲਾਈ ਗਈ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪੂਰਨ ਲੜੀਵਾਰ ਕਥਾ ਆਰੰਭ ਹੋਣ ਜਾ ਰਹੀ ਹੈ। ਧੰਨਵਾਦ ਸਾਹਿਬ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮੁਖੀ ਦਮਦਮੀ ਟਕਸਾਲ ਜਥਾ ਪਿੰਡਰਾਂ ਮਹਿਤਾ ਅੰਮ੍ਰਿਤਸਰ।